सतनाम वाहिगुरु साहिब जी। दीन दर्द दुख भंजना कहट कट नाथ अनाथ। शरण तुम्हारी आयो नानक के प्रभु साथ। कबीर रोड़ा होए रहो बाट का तज मन का बिमान। ऐसा कोई दास होए ताहे मिले भगवान। कबीर रोड़ा हुआ ता क्या पया पंथी कौ दुख दे। ऐसा तेरा दास है जो तरनी मैं खे। कबीर खे हुई तो क्या पया जोड़ लगे अंग। हर जन ऐसा चाहिए ज्यों पानी सर्वंग। कबीर पानी हुआ ता क्या पया सीरा ताता होए। हर जन ऐसा चाहिए जैसा हर ही होए। जिन्ना सास गिरास न विसरै हर नामा मन मंत। धन सिसई नानका पूरन सोई संत बेसुमार था। अगनत तुलै जो बुलाव हो त्यो नानक दास बोले। सतनाम वाहिगुरु साहिब जी। सहनशील संतं सम मित्रस्य दुर्जनः। सहनशील संतं सम मित्रस्य दुर्जनः। नानक भोजन अनेक प्रकारेण निंदक आवद होए उपतिष्ठते। नानक भोजन अनेक प्रकारेण निंदक आवद होए उपतिष्ठते। वाहिगुरु जी का खालसा वाहिगुरु जी की फतेह। धन धन सतगुरु गुरु गरीब निवाज कृपा निध दया निध अंतरयामी आगम गोचर पार ब्रह्म परमेश्वर सतगुरु श्री गुरु ग्रंथ साहिब जी दीन दयाल पातशाह तिन्हां दी अपार मेहरमत है। दया किरपा बख्शिश है नदरे करम है जो सानू सतगुरु साहिब जी ने इस दिन की आरंभता ते बुद्ध दे विच अपनी भगती का ख्याल बख्शिश करके
ਸਰੀਰ ਦੇ ਤਲ 'ਤੇ ਸਤ ਸੰਗਤ ਵਿੱਚ ਜੁੜਨ ਦੀ ਪ੍ਰੇਰਣਾ ਬਖਸ਼ਿਸ਼ ਕਰਕੇ ਮਨ ਨੂੰ ਗੁਰ ਸ਼ਬਦ ਦੇ ਨਾਲ ਇਕਾਗਰ ਇਕਸੁਰ ਕਰਦਿਆਂ ਅਧਿਆਤਮਕ ਰਸ ਮਾਨਣ ਦਾ, ਅਧਿਆਤਮਕ ਸਕੂਨ ਮਾਨਣ ਦਾ ਸੁਭਾਗ ਅਵਸਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕੀ ਕਿਰਪਾ ਨੂੰ ਮਾਣਦਿਆਂ ਹੋਇਆਂ ਸਤਿਗੁਰੂ ਕੀ ਪਾਵਨ ਚਰਨ ਛਰਨ ਵਿੱਚ ਜੁੜ ਬੈਠ ਕੇ ਕੰਨਾਂ ਦੁਆਰਾ ਗੁਰੂ ਕੀ ਬਾਣੀ ਕੇ ਅੰਮ੍ਰਿਤ ਰਸ ਨੂੰ ਮਾਣ ਰਹੇ ਹਾਂ, ਪੀ ਰਹੇ ਹਾਂ। ਨੇਤਰਾਂ ਦੁਆਰਾ ਸਤਿਗੁਰੂ ਕੇ ਪਾਵਨ ਦਰਸ਼ਨ ਕਰਕੇ ਨੇਤਰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਭਾਵ ਕਿ ਗੁਰੂ ਹਜ਼ੂਰੀ ਦੇ ਵਿੱਚ ਜੁੜੀ ਹੋਈ ਸਮੁੱਚੀ ਕਾਇਆ ਹੀ ਗੁਰੂ ਕੀ ਕਿਰਪਾ ਸਦਕਾ ਸਫਲੀ ਹੋ ਰਹੀ ਹੈ। ਗੁਰੂ ਕਿਰਪਾ ਕਰੇ ਐਸੇ ਭਾਵ ਆਜੀਵਨ ਪਰ। ਇਸ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇੱਕ ਅਰਦਾਸ ਦਾ ਰੂਪ ਸਾਨੂੰ ਇਹ ਵੀ ਦੱਸਿਆ ਹੈ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਕਿ ਚਾਹ ਬਣਿਆ ਰਵੇ। ਚਾਹ ਦਾ ਭਾਵ ਕੀ ਕਿ ਜਦੋਂ ਮਨੁੱਖ ਦੇ ਅੰਦਰ ਕਿਸੇ ਚੀਜ਼ ਨੂੰ ਕਰਨ ਦਾ ਉਮਾਹਾ, ਚਾਅ, ਸ਼ੌਕ, ਪ੍ਰੀਤ, ਪਿਆਰ ਜਾਂ ਅਥਾਹ ਭਾਵਨਾ ਹੁੰਦੀ ਹੈ ਤਾਂ ਉਹ ਕਾਰਜ ਉਹਨੂੰ ਇੱਕ ਦਿਨ ਤਾਂ ਕੀ ਕਈ ਜਨਮਾਂ ਤੱਕ ਵੀ ਕਰਨਾ ਪਵੇ, ਕਦੀ ਬੋਝ ਨਹੀਂ ਲੱਗਦਾ ਔਰ ਜ਼ਿੰਦਗੀ ਦਾ ਇਹੋ ਜਿਹਾ ਆਧਾਰ ਬਣ ਜਾਂਦਾ ਹੈ ਕਿ ਫਿਰ ਉਹਦੇ ਸਮਾਨ ਦੂਜੀ ਸੰਸਾਰ ਦੀ ਕੋਈ ਵਸਤ ਨਹੀਂ ਰਹਿੰਦੀ ਹੈ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਚਾਅ ਮਾਲਕ ਸਾਡੇ ਹਿਰਦੇ ਅੰਦਰ ਪ੍ਰਗਟ ਹੋਵੇ ਤਾਂ ਕਿ ਆਜੀਵਨ ਪਰ ਤੇਰੇ ਸ਼ਬਦ ਨਾਲ, ਤੇਰੇ ਦਰ ਘਰ ਨਾਲ ਜੁੜ ਕੇ ਤੇਰੇ ਚਰਨਾਂ ਦੇ ਪੌਰੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਜੀ। ਸਤਿਗੁਰੂ ਕਿਰਪਾ ਕਰਨ। ਪਾਵਨ ਮਨੋ ਭਾਵ ਗੁਰਮਤਿ ਭਾਵ ਸਾਡੇ ਸਾਰਿਆਂ ਦੇ ਜੀਵਨ ਵਿੱਚ ਦ੍ਰਿੜ ਰਹਿਣ ਜੀ। ਲੜੀਵਾਰ ਪਾਵਨ ਬਾਣੀ ਦੀ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਦੀ ਉਪਮਾ ਦੇ ਵਿੱਚ ਭੱਟ ਸਾਹਿਬਾਨਾਂ ਨੇ ਮਹਾਵਾਕ ਆਖੇ ਹਨ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਯੋਨ ਗਰਭ ਨਾ ਆਇਓ। ਹੁਣ ਇਸ ਪੰਕਤੀ ਦਾ ਸਰਲ ਭਾਵ ਇਉਂ ਹੈ ਕਿ ਜੋ ਸਤਿਗੁਰੂ, ਕਿਉਂਕਿ ਸਤਿਗੁਰੂ ਸ਼ਬਦ ਰੂਪ ਕਰਕੇ ਹੀ ਸ਼ਬਦ ਦਾ ਪ੍ਰਗਟਾ ਕਰਨ ਦੇ ਲਈ, ਪ੍ਰਕਾਸ਼ ਕਰਨ ਦੇ ਲਈ ਹੀ ਸਤਿਗੁਰੂ ਦੇਹ ਦਾ ਜਿਹੜਾ ਆਕਾਰ ਹਨ ਧਾਰਨ ਕਰਦੇ ਹਨ। ਪਰ ਉਹਦਾ ਮੁੱਖ ਮਾਧਿਅਮ ਹੁੰਦਾ ਸ਼ਬਦ ਦਾ ਗਿਆਨ, ਸ਼ਬਦ ਦਾ ਪ੍ਰਕਾਸ਼ ਪ੍ਰਗਟਾਉਣਾ। ਅਤੇ ਉਹੀ ਸ਼ਬਦ ਦਾ ਪ੍ਰਕਾਸ਼ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਪਾਵਨ ਬਾਣੀ ਦੁਆਰਾ ਹੋਇਆ ਹੈ। ਅਤੇ ਇਸ ਪਾਵਨ ਬਾਣੀ ਦੁਆਰਾ ਜੋ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਰੂਪ ਨੂੰ ਬੁੱਝ ਕੇ ਉਸ ਦੀ ਸਾਧਨਾ ਕਰਕੇ ਦ੍ਰਿੜ ਕਰਨ ਦਾ ਯਤਨ ਕਰੇਗਾ, ਫਿਰ ਸੰਕਟ ਯੋਨ ਗਰਭ ਨਾ ਆਇਓ। ਫਿਰ ਉਸ ਸੰਸਾਰ ਦਾ ਕਿਸੇ ਪ੍ਰਕਾਰ ਵੀ ਭਟਕਣ ਦਾ ਕੋਈ ਇੱਕ ਯਤਨ ਵੀ ਬਾਕੀ ਨਹੀਂ ਰਹੇਗਾ। ਤਾਂ ਗੁਰੂ ਸਾਹਿਬ ਜੀ ਸ਼ਲੋਕ ਸਹਿਸਕ੍ਰਿਤੀ ਦੇ ਅੰਤਰਗਤ ਲੜੀਵਾਰ ਵਿਆਖਿਆ ਦੀ ਸਾਨੂੰ ਬਖਸ਼ਿਸ਼ ਕਰਕੇ ਨਵਾਜ ਰਹੇ ਹਨ। ਸਤਿਗੁਰੂ ਸਾਹਿਬ ਜੀ ਅੱਜ ਦੇ 27ਵੇਂ ਸ਼ਲੋਕ ਦੀ ਆਰੰਭਤਾ 'ਤੇ ਬਖਸ਼ਿਸ਼ ਕਰਦੇ ਹਨ। ਸਹਿਣਸ਼ੀਲੰ ਸੰਤੰ ਸਮ ਮਿੱਤਰਸ ਦੁਰਜਨਹ। ਜੇ ਕਦ ਅਧਿਆਤਮਿਕ ਨੁਕਤੇ ਤੋਂ ਸੰਸਾਰ ਦੇ ਵਿੱਚ ਵਿਚਰਨ ਵਾਲੇ ਮਨੁੱਖਾਂ ਦੀ ਵਿਚਾਰ ਕਰੀਏ ਤਾਂ ਜਿਵੇਂ ਸੰਸਾਰ ਵਿੱਚ ਸਾਨੂੰ ਆਮ ਤੌਰ 'ਤੇ ਦੋ ਤਰ੍ਹਾਂ ਦੇ ਇਨਸਾਨ ਹੀ ਨਜ਼ਰ ਆਉਂਦੇ ਨੇ, ਅਮੀਰ ਗਰੀਬ, ਪੜ੍ਹੇ ਲਿਖੇ ਜਾਂ ਅਨਪੜ੍ਹ। ਇਸ ਪ੍ਰਕਾਰ ਦੋ ਸ਼੍ਰੇਣੀਆਂ ਹੀ ਨਜ਼ਰ ਆਉਂਦੀਆਂ ਨੇ। ਪਰ ਜਦੋਂ ਅਧਿਆਤਮਿਕ ਨੁਕਤੇ ਸਹਿਤ ਵਾਚਦੇ ਹਾਂ ਤਾਂ ਸਾਨੂੰ ਇਹ ਗੱਲ ਥੋੜ੍ਹੀ ਵਧੇਰੇ ਸਪਸ਼ਟ ਹੋ ਜਾਂਦੀ ਹੈ ਕਿ ਚਾਰ ਤਰ੍ਹਾਂ ਦੇ ਮਨੁੱਖ ਇਸ ਸੰਸਾਰ ਦੇ ਵਿੱਚ ਵਿਚਰਦੇ ਹਨ। ਉਹਨਾਂ ਦੇ ਸੰਸਾਰ ਦੇ ਵਿੱਚ ਜੀਵਨ ਦਾ ਸਿਲਸਿਲਾ ਚਾਰ ਢੰਗਾਂ ਦੇ ਨਾਲ ਚੱਲਦਾ ਹੈ। ਸਭ ਤੋਂ ਪਹਿਲਾ ਮਨੁੱਖ ਹੈ ਸੰਸਾਰੀ, ਦੂਜਾ ਹੈ ਜਗਿਆਸੂ, ਤੀਜਾ ਹੈ ਸਾਧ ਅਤੇ ਚੌਥਾ ਹੈ ਸੰਤ। ਹੁਣ ਇਹਨਾਂ ਦਾ ਸਰਲ ਜਿਹਾ ਭਾਵ ਇਉਂ ਹੈ, ਜਿਨ੍ਹੇ ਕੇਵਲ ਆਪਣੇ ਮਨੁੱਖਾ ਜੀਵਨ ਦਾ ਪ੍ਰਯੋਜਨ ਖਾਣਾ ਪੀਣਾ, ਸੌਣਾ, ਹੰਡਾਉਣਾ, ਵਿਸ਼ੇ ਵਿਕਾਰ ਭੋਗਣੇ ਹੀ ਮੰਨਿਆ ਹੋਇਆ ਹੈ ਅਤੇ ਇਸ ਤੋਂ ਅੱਗੇ ਜੀਵਨ ਦਾ ਕੋਈ ਅਰਥ ਨਹੀਂ ਮੰਨਦਾ ਔਰ ਇਹਨਾਂ ਹੀ ਜਿਹੜੀਆਂ ਵਾਸਨਾਵਾਂ, ਕਾਮਨਾਵਾਂ, ਤ੍ਰਿਸ਼ਨਾਵਾਂ ਨੂੰ ਪੂਰੀਆਂ ਕਰਨਾ
ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਸਮਝਦਾ ਹੈ। ਇਹ ਮਨੁੱਖ ਸੰਸਾਰੀ ਔਰ ਸੰਸਾਰੀ ਪੂਰਨ ਤੌਰ 'ਤੇ ਸੁੱਤਾ ਹੁੰਦਾ ਹੈ। ਜਗਿਆਸੂ ਮਨੁੱਖ ਉਹ ਹੈ ਜਿਹਦੇ ਅੰਦਰ ਕੁਝ ਜਾਣਨ ਦਾ, ਕੁਝ ਸੱਚ ਦੀ ਝਲਕ ਮਾਤਰ ਜਾਣਨ ਦਾ ਭਾਵ ਪੈਦਾ ਹੋ ਗਿਆ ਹੈ। ਜਿਵੇਂ ਬੜੇ ਰਿਸ਼ਤੇਦਾਰਾਂ ਦੀ ਅਰਥੀ ਮਰਕਟ ਘਾਟ ਤੱਕ ਛੱਡ ਆਇਆ ਹੈ, ਤਾਂ ਹੁਣ ਥੋੜ੍ਹਾ ਥੋੜ੍ਹਾ ਚਿੰਤਨ ਜਾਗਿਆ ਹੈ ਕਿ ਜੀਵਨ ਦੀ ਅਸਲੀਅਤ ਇੰਨੀ ਕੀ ਹੈ ਕਿ ਜੰਮਣਾ, ਮਰਨਾ, ਵਿਸ਼ੇ ਵਿਕਾਰ ਭੋਗਣੇ ਤੇ ਸਮਾਪਤ ਹੋ ਜਾਣਾ। ਫਿਰ ਜਿਹਦੇ ਅੰਦਰ ਇਹ ਭਾਵ ਉਤਪੰਨ ਹੁੰਦੇ ਨੇ, ਉਹਦੇ ਅੰਦਰ ਸੰਸਾਰ ਦੀ, ਆਪਣੇ ਜੀਵਨ ਦੀ, ਹੋਰ ਸਭ ਜਿਤਨੇ ਪੱਖ ਹਨ ਉਹਨਾਂ ਦੀ ਅੰਤਮ ਸੱਚਾਈ ਜਾਣਨ ਦੀ ਇੱਛਾ ਪੈਦਾ ਹੋ ਜਾਂਦੀ ਹੈ। ਉਸ ਨੂੰ ਜਗਿਆਸੂ ਕਿਹਾ ਜਾਂਦਾ। ਜਗਿਆਸੂ ਦੇ ਕੋਲ ਇੱਕ ਤਾਜ਼ੀ ਜਗਿਆਸਾ ਹੁੰਦੀ ਹੈ। ਉਹ ਫਿਰ ਪੁੱਛਦਾ ਜੀਵਨ ਕੀ ਹੈ, ਸਤ ਸੰਗਤ ਕੀ ਹੈ। ਇਸ ਪ੍ਰਕਾਰ ਜਦੋਂ ਜਗਿਆਸਾ ਦੇ ਵਿੱਚੋਂ ਪ੍ਰਸ਼ਨ ਦੇ ਜਵਾਬ ਮਿਲਣ ਲੱਗ ਪੈਂਦੇ ਨੇ, ਉਸ ਦੀ ਜੋ ਜਗਿਆਸਾਵਾਂ ਹੁੰਦੀਆਂ ਨੇ, ਫਿਰ ਮਨੁੱਖ ਸਾਧਨਾਗਤ ਹੋ ਜਾਂਦਾ ਹੈ। ਫਿਰ ਜਦੋਂ ਉਹਨੂੰ ਪ੍ਰਸ਼ਨ ਦਾ ਜਵਾਬ ਮਿਲ ਜਾਂਦਾ ਸਤ ਸੰਗਤ ਕੀ ਹੈ, ਫਿਰ ਉਹ ਸਤ ਸੰਗਤ ਦੀ ਮਹੱਤਤਾ ਨੂੰ ਪਛਾਣ ਕੇ ਰੋਜ਼ਾਨਾ ਸਤ ਸੰਗਤ ਵਿੱਚ, ਨਿਤਨੇਮ ਅਭਿਆਸ ਦੇ ਵਿੱਚ, ਸੇਵਾ ਦੀ ਕਾਰ ਦੇ ਵਿੱਚ ਜੁੜਨਾ ਸ਼ੁਰੂ ਹੋ ਜਾਂਦਾ ਹੈ। ਐਸੇ ਇਨਸਾਨ ਨੂੰ ਸਾਧੂ ਕਿਹਾ ਜਾਂਦਾ। ਫਿਰ ਜਦੋਂ ਸਾਧਨਾ ਕਰਦਿਆਂ ਕਰਦਿਆਂ ਪੂਰਾ ਜੀਵਨ ਬਤੀਤ ਹੋ ਜਾਂਦਾ ਹੈ, ਅਤੇ ਜੋ ਸੰਤਤਾਈ ਦੇ ਲੱਛਣ ਸਤਿਗੁਰੂ ਸਾਹਿਬ ਜੀ ਨੇ ਬਾਣੀ 'ਚ ਸਾਨੂੰ ਫਰਮਾਏ ਹਨ, ਸੁਖਮਨੀ ਸਾਹਿਬ ਦੁਆਰਾ ਆਪ ਜੀ ਬੜੇ ਵਿਸਥਾਰ 'ਚ ਜਾਣਦੇ ਹੋ। ਵੈਸੇ ਵੀ ਸਤਿਗੁਰੂ ਸਾਹਿਬ ਜੀ ਨੇ ਥਾਂ ਪੁਰ ਥਾਂ ਸੰਤ ਜਨਾਂ ਦੀ ਮਹਿਮਾ ਕੀਤੀ ਹੈ। ਜਦੋਂ ਪੂਰੀ ਤਰ੍ਹਾਂ ਜੀਵਨ ਦੇ ਸਭ ਪੱਧਰਾਂ ਤੋਂ ਅਲਿਪਤ ਹੋ ਕੇ, ਪਰਮ ਜੋਤ ਦੇ ਵਿੱਚ ਅਭੇਦ ਹੋ ਕੇ, ਫਿਰ ਵੀ ਸੰਸਾਰ ਦੇ ਵਿੱਚ ਪਰਉਪਕਾਰ ਦੇ ਨੁਕਤੇ ਤੋਂ, ਭਲਾਈ ਦੇ ਨੁਕਤੇ ਤੋਂ, ਗਿਆਨ ਦੀ ਜਿਹੜੀ ਦਾਤ ਵੰਡਣ ਦੇ ਨੁਕਤੇ ਤੋਂ ਜਿਹੜਾ ਮਨੁੱਖ ਕਿਰਿਆਸ਼ੀਲ ਰਹਿੰਦਾ ਹੈ, ਉਸ ਨੂੰ ਸੰਤ ਕਿਹਾ ਜਾਂਦਾ। ਅਤੇ ਅਧਿਆਤਮਿਕ ਨੁਕਤੇ ਵਿੱਚ ਜਿਹੜੀ ਸਭ ਤੋਂ ਉੱਪਰਲੀ ਉਪਾਧੀ ਹੈ ਉਹ ਸੰਤ ਦੀ ਹੈ। ਤਾਂ ਗੁਰੂ ਸਾਹਿਬ ਜੀ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਸੰਤ ਜਨਾਂ ਦੇ ਸੁਭਾਅ ਬਾਰੇ ਜ਼ਿਕਰ ਕਰਦਿਆਂ ਸੰਤ ਜਨਾਂ ਦੀ ਅਵਸਥਾ ਬਿਆਨ ਕਰਦੇ ਹਨ। ਕਿਉਂਕਿ ਕੱਲ੍ਹ ਦੇ ਇੱਕ ਸ਼ਲੋਕ ਦੁਆਰਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਰਮਣੰ ਕੇਵਲੰ ਕੀਰਤਨੰ। ਸਾਡੇ ਜੀਵਨ ਦਾ ਇੱਕੋ ਹੀ ਪ੍ਰਯੋਜਨ ਹੈ ਪਰਮੇਸ਼ਰ ਦੀ ਕੀਰਤੀ ਕਰਕੇ ਅਤੇ ਆਪਣੇ ਜੀਵਨ ਨੂੰ ਉਹਦੀ ਨਜ਼ਰ ਦਾ ਪਾਤਰ ਬਣਾਉਣਾ। ਤਾਂ ਗੁਰੂ ਸਾਹਿਬ ਜੀ ਅੱਜ ਦੇ ਪਾਵਨ ਸ਼ਲੋਕ ਦੁਆਰਾ ਬਖਸ਼ਿਸ਼ ਕਰ ਰਹੇ ਹਨ, ਸਹਣ ਸੀਲੰ ਸੀਲ ਸੰਤੰ। ਹੁਣ ਸਤਿਗੁਰੂ ਸਾਹਿਬ ਜੀ ਕਹਿੰਦੇ ਸਹਣ ਸੀਲ ਸੰਤੰ। ਸੰਤ ਜਨਾਂ ਦੇ ਸੁਭਾਅ ਦਾ ਪਹਿਲਾ ਪ੍ਰਮੁੱਖ ਲੱਛਣ ਹੈ ਕਿ ਉਹ ਸਹਿਣਸ਼ੀਲ ਹੁੰਦੇ ਨੇ। ਹੁਣ ਜਿਹੜੀ ਸਹਿਣਸ਼ੀਲਤਾ ਦਾ ਗੁਣ ਹੈ, ਇਹ ਵੀ ਸਾਧਨਾ ਦੇ ਵਿੱਚੋਂ ਲੱਗ ਕੇ ਹੀ ਸੰਤ ਦੇ ਵਿੱਚ ਸਮਾਵੇਸ਼ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਜਦੋਂ ਬੰਦਾ ਸਾਧਨਾਗਤ ਹੁੰਦਾ ਹੈ, ਉਦੋਂ ਸੰਸਾਰ ਦੇ ਬੜੇ ਐਸੇ ਪ੍ਰਾਣੀ ਟੱਕਰਦੇ ਨੇ ਜਿਹੜੇ ਉਹਦੇ ਭਗਤੀ ਕਰਮ ਨੂੰ ਦੇਖ ਕੇ ਵੀ ਨਿੰਦਿਆ ਕਰਦੇ ਨੇ। ਮਤਾ ਇਹ ਜਾਣਨਾ ਕਿ ਕੋਈ ਮਨੁੱਖ ਚੰਗੇ ਅਧਿਆਤਮਿਕ ਮਾਰਗ ਵਾਲੇ ਪਾਸੇ ਲੱਗ ਗਿਆ ਅਤੇ ਸੰਸਾਰ ਉਹਦੀ ਸਿਫਤ ਹੀ ਕਰਦਾ ਹੈ। ਸੰਸਾਰ ਬਹੁਤ ਵਾਰੀ ਮਾੜਾ ਵੀ ਕਹਿੰਦਾ ਜਿਹੜਾ ਬੰਦਾ ਅਧਿਆਤਮਿਕ ਮਾਰਗ ਦੀ ਤਰਫ ਚੱਲਣਾ ਸ਼ੁਰੂ ਕਰ ਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਹਿਣਸ਼ੀਲ, ਉਹਨਾਂ ਦਾ ਸੁਭਾਅ, ਉਹਨਾਂ ਦਾ ਵਰਤਾਵ ਸਭ ਤੋਂ ਪਹਿਲਾਂ ਸਹਿਣਸ਼ੀਲਤਾ ਦੇ ਤਪ ਵਿੱਚ ਪੱਕਦਾ ਹੈ। ਔਰ ਦੂਜੀ ਗੱਲ, ਸਹਿਣਸ਼ੀਲਤਾ ਦਾ ਜਿਹੜਾ ਗੁਣ ਹੈ, ਇਹ ਦੋ ਨੁਕਤਿਆਂ ਦੇ ਨਾਲ ਮਨੁੱਖ ਕਮਾ ਸਕਦਾ ਹੈ। ਇੱਕ ਸਹਿਣਸ਼ੀਲਤਾ ਇਸ ਕਰਕੇ ਮਨੁੱਖ ਰੱਖਦਾ ਹੈ ਕਿ ਲੋਕ ਮੈਨੂੰ ਬੁਰਾ ਨਾ ਕਹਿਣ, ਇਸ ਕਰਕੇ ਮੈਂ ਚੰਗਾ ਜਿਹਾ ਬਣਾ ਰਵਾਂ ਸੰਸਾਰ ਦੀ ਨਜ਼ਰ ਦੇ ਵਿੱਚ, ਅਤੇ ਲੋਕ ਕਹਿਣ ਜੀ ਇਹ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ। ਤਾਂ ਕਰਕੇ ਇਹ ਕੇਵਲ ਇੱਕ ਹਉਮੈ ਦੇ ਭਾਵ ਵਾਲੀ ਸਹਿਣਸ਼ੀਲਤਾ ਹੁੰਦੀ ਹੈ। ਅੰਦਰ ਪਰ ਵੈਰ ਰਿਸਕ ਖੁਣ ਸੁਵੇਂ ਬਣੀ ਰਹਿਣੀ। ਬਾਹਰੋਂ ਕਹਿ ਦੇਣਾ ਜੀ ਨਹੀਂ ਮੈਂ ਉਸ ਦਾ ਬੁਰਾ ਨਹੀਂ ਚਿਤਵਦਾ, ਮੈਂ ਉਸ ਨੂੰ ਬੁਰਾ ਨਹੀਂ ਕਹਿੰਦਾ, ਨਾ ਹੀ, ਪਰ ਅੰਤਰ ਹਿਰਦੇ ਵਿੱਚ ਉਹ ਵੈਰ ਵਿਰੋਧਾ ਭਾਵ ਸਾਰੇ ਰਹਿਣੇ। ਇਸੇ ਪ੍ਰਕਾਰ ਇਹ ਪਹਿਲੇ ਪ੍ਰਕਾਰ ਦੀ ਸਹਿਣਸ਼ੀਲਤਾ ਜਿਹੜੀ ਹਉਮੈ ਦੇ ਤਲ 'ਤੇ ਹੁੰਦੀ ਹੈ। ਜਿਹੜੀ ਸੰਤ ਦੀ ਸਹਿਣਸ਼ੀਲਤਾ ਹੈ ਉਹ ਇਸ ਕਰਕੇ ਹੁੰਦੀ ਹੈ ਕਿਉਂਕਿ ਸੰਤ ਇਸ ਅਵਸਥਾ ਤੱਕ ਜਾ ਚੁੱਕਾ ਹੁੰਦਾ ਹੈ ਕਿ ਉਹਨੂੰ ਪੂਰੀ ਤਰ੍ਹਾਂ ਇਹ ਦ੍ਰਿੜ ਹੋ ਗਿਆ ਹੁੰਦਾ ਕਿ ਸਾਰੇ ਜਿਤਨੀ ਖਲਕਤ ਹੈ, ਜਿਤਨੇ ਜਗਤ 'ਤੇ ਵਿਚਰਨ ਵਾਲੇ ਜੀਵ ਨੇ, ਸਾਰੇ ਪਰਮੇਸ਼ਰ ਦੀ ਸੰਤਾਨ ਨੇ। ਸਾਰਿਆਂ ਅੰਦਰੋਂ ਹਾਜ਼ਰਾ ਹਜ਼ੂਰ ਪਰਮੇਸ਼ਰ ਦੀ ਜੋਤ ਪ੍ਰਕਾਸ਼ਮਾਨ ਹੈ। ਅਤੇ ਇਹ ਸੰਸਾਰ ਦੇ ਪ੍ਰਾਣੀ ਮੈਨੂੰ ਅਗਰ ਉਪਮਾ ਦੇਣ, ਨਿੰਦਾ ਕਰਨ, ਤਾਂ ਵੀ ਮੈਂ ਘਬਰਾਉਣਾ ਨਹੀਂ। ਇਹ ਪਹਿਲਾ ਪੱਖ ਇਹ ਹੈ। ਦੂਜਾ ਪੱਖ ਹੈ ਕਿ ਉਹਨੇ ਆਪਣੇ ਜੀਵਨ ਦੀ ਇੰਨੀ ਸਾਧਨਾ ਕਰ ਲਈ ਹੁੰਦੀ ਹੈ, ਉਹ ਆਪਣੇ ਆਪ ਨੂੰ ਕਿਸੇ ਸ਼੍ਰੇਣੀ ਵਿੱਚ ਨਹੀਂ ਰੱਖਦਾ, ਨਾ ਚੰਗਿਆਂ ਵਿੱਚ ਨਾ ਮੰਦਿਆਂ ਦੇ ਵਿੱਚ, ਸਾਰਿਆਂ ਤੋਂ ਅਲਿਪਤ ਹੋ ਜਾਂਦਾ ਹੈ। ਹੁਣ ਮਨੁੱਖ, ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖ ਦੇ ਕੋਲ ਕੋਈ ਗੁਣ ਹੋਵੇ, ਉਹਦੀ ਕਿਤੇ ਚੰਗਿਆਈ ਕੋਈ ਸਿਫਤ ਕਰ ਦੇਵੇ ਨਾ,
ਤਾਂ ਮਨੁੱਖ ਥਾਂ ਥਾਂ ਦੱਸਦਾ ਹੈ ਜਾਂ ਅੰਦਰ ਬੜਾ ਪ੍ਰਸੰਨ ਹੁੰਦਾ ਹੈ। ਜੇ ਕਿਤੇ ਕਿਸੇ ਅਵਗੁਣ ਕਰਕੇ ਨਿੰਦਿਆ ਹੋ ਜਾਵੇ ਤਾਂ ਫਿਰ ਕੀ ਹੁੰਦਾ ਹੈ? ਫਿਰ ਸਾਰਾ ਦਿਨ ਪਰੇਸ਼ਾਨ ਹੋਇਆ ਰਹਿੰਦਾ, ਮੇਰੀ ਨਿੰਦਿਆ ਕਿਉਂ ਹੋ ਗਈ। ਅਤੇ ਮਹਾਤਮਾ ਬੁੱਧ ਧੰਮਪਦ ਦੇ ਇੱਕ ਸ਼ਲੋਕ ਵਿੱਚ ਆਖਦੇ ਨੇ ਕਿ ਜਿਹੜਾ ਸਾਧ ਪੁਰਸ਼ ਹੁੰਦਾ ਹੈ, ਸੰਤ ਪੁਰਸ਼ ਹੁੰਦਾ ਹੈ, ਇਹ ਪਰਬਤ ਵਰਗਾ ਹੁੰਦਾ ਹੈ। ਪਰਬਤ 'ਤੇ ਭਾਵੇਂ ਹਲਕਾ ਮੀਂਹ ਪੈ ਜਾਏ, ਭਾਵੇਂ ਬੜਾ ਭਾਰੀ ਝੱਖੜ ਆ ਜਾਏ, ਪਹਾੜ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੰਤ ਜਨਾਂ ਦਾ ਸੁਭਾਅ ਹੈ ਸਹਿਣਸ਼ੀਲਤਾ। ਉਹਨਾਂ ਦੀ ਸਹਿਣਸ਼ੀਲਤਾ ਦਾ ਭਾਵ ਕੀ ਹੈ? ਹੁਣ ਉਹ ਸਹਿਣਸ਼ੀਲਤਾ ਦਾ ਗੁਣ ਕਮਾਉਂਦੇ ਕਿੱਥੋਂ ਨੇ? ਇਹ ਵੀ ਇੱਕ ਨੁਕਤਾ ਬਣਦਾ ਹੈ। ਹੁਣ ਜ਼ਰੂਰੀ ਨਹੀਂ ਕਿ ਇੱਕ ਮਨੁੱਖ ਦੇ ਵੱਲੋਂ ਦੇਖ ਕੇ ਸਹਿਣਸ਼ੀਲਤਾ ਕਮਾਈ ਜਾ ਸਕਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਸਹਿਣਸ਼ੀਲਤਾ ਦਾ ਜਾਂ ਵਿਨਿਮਰ ਰਹਿਣ ਦਾ ਇੱਕ ਬੜਾ ਵੱਡਾ ਨੁਕਤਾ ਸਮਝਾਇਆ। ਫਰੀਦਾ ਖਾਕ ਨ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਜਿਹੜੀ ਮਿੱਟੀ ਦੇ ਕਣਾਂ ਨੂੰ ਮਨੁੱਖ ਤੁੱਛ ਜਾਣਦਾ ਅਤੇ ਸਮਝਦਾ ਕਿ ਇਹ ਸਾਰੀ ਜ਼ਿੰਦਗੀ ਪੈਰਾਂ 'ਚ ਰਹਿਣ ਵਾਲੀ ਹੈ ਜਾਂ ਇਹਦਾ ਕੋਈ ਬਹੁਤਾ ਵੱਡਾ ਮਹੱਤਵ ਨਹੀਂ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੀਵਨ ਦਿਆਂ ਮੋਇਆਂ ਤਲੇ, ਇਹਦੀ ਹਸਤੀ ਦੇਖ, ਜਿਉਂਦਿਆਂ ਪੈਰਾਂ ਹੇਠ ਰਹਿੰਦੀ ਹੈ। ਜਦ ਮਨੁੱਖ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ, ਇਹੀ ਮਿੱਟੀ ਜਦ ਮਨੁੱਖ ਕਬਰ ਵਿੱਚ ਦਫਨ ਕਰ ਦਿੱਤਾ ਜਾਂਦਾ ਹੈ, ਉਹਦੇ ਉੱਪਰ ਪੈਂਦੀ ਹੈ। ਇਹਦੀ ਸਹਿਣਸ਼ੀਲਤਾ ਦੇਖ। ਭਾਵ ਕਿ ਸਹਿਣਸ਼ੀਲਤਾ ਦਾ ਮਤਲਬ ਕਦੀ ਆਪਣੇ ਆਪ ਦੀ ਹੋਂਦ ਨੂੰ ਜਣਾਉਣਾ ਹੀ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਹਿਣਸ਼ੀਲ ਸੰਤੰ, ਸੰਤ ਜਨਾਂ ਦੇ ਉੱਤਮ ਸੁਭਾਅ ਦੀ ਹੈ ਕਿ ਉਹਨਾਂ ਦੇ ਅੰਦਰ ਸਹਿਣਸ਼ੀਲਤਾ ਦਾ ਗੁਣ ਇਤਨਾ ਪ੍ਰਪੱਕ ਹੁੰਦਾ ਹੈ। ਸਮ ਮਿੱਤਰਸ ਦੁਰਜਨ, ਅਤੇ ਉਹਨਾਂ ਦੇ ਲਈ ਦੁਰਜਨ ਭਾਵ ਕਿ ਬੁਰੇ ਮਨੁੱਖ ਅਤੇ ਮਿੱਤਰ ਭਾਵ ਸ਼ੁਭ ਗੁਣਾਂ ਵਾਲੇ ਸੱਜਣ ਇੱਕੋ ਜਿਹੇ ਹੁੰਦੇ ਨੇ। ਹੁਣ ਸਹਿਣਸ਼ੀਲਤਾ ਤੋਂ ਪਹਿਲਾਂ ਇੱਕ ਹੋਰ ਬੁਨਿਆਦੀ ਗੁਣ ਜ਼ਰੂਰੀ ਹੈ। ਸਹਿਣਸ਼ੀਲਤਾ ਉਤਨੀ ਚਿਰ ਨਹੀਂ ਪੈਦਾ ਹੋ ਸਕੇਗੀ ਜਿੰਨਾ ਚਿਰ ਮਨੁੱਖ ਸਮਦ੍ਰਿਸ਼ਟ ਨਹੀਂ ਹੋਏਗਾ। ਸਮਦ੍ਰਿਸ਼ਟ ਦਾ ਭਾਵ ਇਹ ਹੈ, ਆਮ ਕਰਕੇ ਇਨਸਾਨਾਂ ਦੀ ਵਿਚਾਰ ਕਰੀਏ, ਉਹਨਾਂ ਦੇ ਅੰਦਰ ਗੁਣ ਅਵਗੁਣ ਮਿਲਦੇ ਨੇ। ਗੁਣਾਂ ਨੂੰ ਮਨੁੱਖ ਪਸੰਦ ਕਰਦਾ ਹੈ, ਅਵਗੁਣਾਂ ਨੂੰ ਮਨੁੱਖ ਨਫ਼ਰਤ ਕਰਦਾ ਹੈ। ਤਾਂ ਪਰ ਸੰਤ ਜਿਹੜਾ ਹੈ ਉਹ ਸਮਦ੍ਰਿਸ਼ਟ ਹੋ ਚੁੱਕਾ ਹੁੰਦਾ, ਉਹਨੂੰ ਪਤਾ ਕਿ ਇਹਦੇ ਅੰਦਰ ਮਾਲਕ ਦੀ ਜੋਤ ਵਿਦਮਾਨ ਹੈ। ਜਿਹਨੂੰ ਉਹਦੀ ਜੋਤ ਦਾ ਅਹਿਸਾਸ ਹੋ ਗਿਆ, ਉਹਦੇ ਅੰਦਰ ਗੁਣ ਪੈਦਾ ਹੋਣੇ ਸ਼ੁਰੂ ਹੋ ਗਏ ਨੇ। ਜਿਹਨੂੰ ਉਸ ਮਾਲਕ ਦੀ ਜੋਤ ਦਾ ਅਨੁਭਵ ਨਹੀਂ ਹੋਇਆ, ਉਹ ਅਜੇ ਅਵਗੁਣਾਂ ਦੇ ਤਲ 'ਤੇ ਰੁਕਿਆ ਹੋਇਆ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੰਤ ਦੇ ਅੰਦਰ ਪਹਿਲਾਂ ਸਮਦ੍ਰਿਸ਼ਟੀ ਪੈਦਾ ਹੁੰਦੀ ਹੈ। ਹੁਣ ਸਮਦ੍ਰਿਸ਼ਟੀ ਤਾਂ ਪੈਦਾ ਹੋ ਗਈ ਹੈ, ਹੁਣ ਇਹਦਾ ਵਿਵਹਾਰ ਵੀ ਪੈਦਾ ਹੋਣਾ ਚਾਹੀਦਾ ਹੈ। ਉਦਾਹਰਨ ਦੇ ਤੌਰ 'ਤੇ ਕਿ ਜੇ ਮਨੁੱਖ ਕਹਿ ਦੇ ਜੀ ਮੇਰੇ ਲਈ ਸਾਰੇ ਇੱਕੋ ਜਿਹੇ ਨੇ, ਤਾਂ ਹੁਣ ਇਹ ਗੱਲ ਤਾਂ ਉਹਦੇ ਕਹਿਣ ਮਾਤਰ ਹੋ ਗਈ, ਉਹਦੇ ਵਿਵਹਾਰ ਤੋਂ ਵੀ ਪਤਾ ਲੱਗਣਾ ਚਾਹੀਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਮ ਮਿੱਤਰਸ ਦੁਰਜਨ ਹੈ, ਉਹਨਾਂ ਦੇ ਲਈ ਚੰਗੇ ਪੁਰਸ਼, ਸੰਸਾਰ ਦੇ ਬੁਰੇ ਪੁਰਸ਼ ਜੋ ਵੀ ਇਨਸਾਨ ਹਨ, ਚੰਗੇ ਮੰਦੇ, ਸਾਰੇ ਇੱਕੋ ਜਿਹੇ ਹੁੰਦੇ ਹਨ। ਇਸ ਗੱਲ ਦਾ ਪ੍ਰਮਾਣ ਮਹਾਤਮਾ ਬੁੱਧ ਕਿਸੇ ਨਗਰ ਦੇ ਵਿੱਚ ਬੜੇ ਸਮੇਂ ਬਾਅਦ ਠਹਿਰੇ ਹੋਏ ਸਨ। ਤਾਂ ਅਜੇ ਉਹ ਜਾ ਕੇ ਬੈਠੇ ਸਨ। ਉਸ ਨਗਰ ਦੇ ਵਿੱਚ ਕੋਈ ਉਹਨਾਂ ਦਾ ਸ਼ਰਧਾਲੂ ਰਹਿੰਦਾ ਸੀ। ਤਾਂ ਉਹ ਮਹਾਤਮਾ ਬੁੱਧ ਨੂੰ ਦੇਖ ਕੇ ਬੜੇ ਪਕਵਾਨ ਤਿਆਰ ਕਰਕੇ ਲਿਆਇਆ, ਬੜੀਆਂ ਭੇਟਾਵਾਂ ਲੈ ਕੇ ਆਇਆ ਔਰ ਉਹਨਾਂ ਦੇ ਸਨਮੁਖ ਰੱਖ ਕੇ ਬਾਰ-ਬਾਰ ਮੱਥਾ ਟੇਕ ਕੇ ਬਾਰ-ਬਾਰ ਉਹਨਾਂ ਦਾ ਸਤਿਕਾਰ ਕਰੇ ਅਤੇ ਉਹਨਾਂ ਦਾ ਚਚੇਰਾ ਪਾ ਆਨੰਦ। ਉਹ ਬੜਾ ਪ੍ਰਸੰਨ ਹੋ ਰਿਹਾ ਸੀ। ਇੰਨੇ ਚਿਰ ਨੂੰ ਉਹ ਨਗਰ ਦੇ ਵਿੱਚ ਇੱਕ ਮਨੁੱਖ ਜਿਹੜਾ ਉਹਨਾਂ ਦਾ ਨਿੰਦਕ ਸੀ, ਥੋੜ੍ਹਾ ਵਿਰੋਧੀ ਸੀ, ਉਹ ਵੀ ਗੁੱਸੇ ਦੇ ਭਾਵਾਂ ਨਾਲ ਭਰਿਆ ਹੋਇਆ ਉੱਥੇ ਆਇਆ। ਉਹ ਵੀ ਬੜਾ ਮੰਦਾ ਭਲਾ ਬੋਲੀ ਗਿਆ। ਆਖਰ ਦੋਵੇਂ ਚਲੇ ਗਏ ਅਤੇ ਮਹਾਤਮਾ ਬੁੱਧ ਨੇ ਆਨੰਦ ਨੂੰ ਕਿਹਾ ਕਿ ਆਨੰਦ, ਮੈਂ ਦੇਖਿਆ ਕਿ ਜਦੋਂ ਉਹ ਸ਼ਰਧਾਲੂ ਆਇਆ, ਤੇਰੇ ਚਿਹਰੇ 'ਤੇ ਪ੍ਰਸੰਨਤਾ ਸੀ, ਤੇਰਾ ਚਿਹਰਾ ਖੁਸ਼ੀਨੁਮਾ ਸੀ। ਜਦ ਉਹ ਨਿੰਦਕ ਆਇਆ ਜਾਂ ਵਿਰੋਧੀ ਜਿਹਨੂੰ ਤੂੰ ਕਹਿੰਦਾ ਹੈ ਉਹ ਆਇਆ, ਉਦੋਂ ਤੇਰੇ ਚਿਹਰੇ 'ਤੇ ਗੁੱਸਾ ਸੀ। ਇਸ ਕਰਕੇ ਸਮ ਸੁਭਾਅ ਹੋਣਾ ਸਿੱਖ, ਕਿਉਂਕਿ ਜਿਵੇਂ ਸੰਸਾਰ ਦੇ ਵਿੱਚ ਇੱਕ ਚੀਜ਼ ਸਮ ਨਹੀਂ ਰਹਿੰਦੀ, ਧੁੱਪ ਵੀ ਰਹਿੰਦੀ ਹੈ, ਛਾਂ ਵੀ ਰਹਿੰਦੀ ਹੈ। ਅਤੇ ਹੁਣ ਕੋਈ ਮਨੁੱਖ ਕਹੇ ਧੁੱਪ ਚੰਗੀ ਹੈ, ਛਾਂ ਮਾੜੀ ਹੈ, ਛਾਂ ਮਾੜੀ ਹੈ, ਧੁੱਪ ਚੰਗੀ ਹੈ, ਇਹ ਦੋਵਾਂ ਗੱਲਾਂ ਆਪਣੇ ਆਪ 'ਚ ਅਧੂਰੀਆਂ ਨੇ। ਧੁੱਪ ਲੱਗੇਗੀ, ਫਸਲਾਂ ਪੱਕਣਗੀਆਂ, ਦਿਨ ਦਾ ਚਾਨਣ ਨਸੀਬ ਹੋਏਗਾ। ਜਦ ਧੁੱਪ ਦੀ ਤਪਸ਼ ਸਤਾਏਗੀ, ਫਿਰ ਛਾਂ ਆਪਣੇ ਆਪ ਦੇ ਵਿੱਚ ਲਾਭਦਾਇਕ ਹੋਏਗੀ। ਤਾਂ ਇਸੇ ਪ੍ਰਕਾਰ ਮਹਾਤਮਾ ਬੁੱਧ ਕਹਿਣ ਲੱਗੇ ਸਮ ਸੁਭਾਅ ਰਹਿਣਾ ਚਾਹੀਦਾ। ਇਹ ਹੁਣ ਗੱਲ ਕੇਵਲ ਬੁੱਧ ਧਰਮ ਦੇ ਸੰਦਰਭ 'ਚ ਹੀ ਨਹੀਂ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਬਾਣੀ 'ਚ ਕਿਹਾ ਹੈ, ਕੋਈ ਕਹੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ। ਸਾਰੇ ਜਗਤ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਤੇ ਉਪਮਾ ਥੋੜ੍ਹਾ ਕੀਤੀ ਹੈ। ਜਿਨ੍ਹਾਂ ਦੇ ਭਾਗ ਮੰਦੇ ਸਨ ਉਹ ਫਿਰ ਵੀ ਨਿੰਦਕ ਹੀ ਰਹੇ।
ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦੋਵਾਂ ਦੀ ਹਸਤੀ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਚਾਹੇ ਮੈਨੂੰ ਬਹੁਤ ਚੰਗਾ ਕਹਿਣ, ਮੈਨੂੰ ਤਾਂ ਇਸ ਗੱਲ ਦੀ ਫਿਕਰ ਹੈ ਕਿ ਜੋ ਮਾਲਕ ਨੇ ਮੈਨੂੰ ਸੋਝੀ ਬਖਸ਼ਿਸ਼ ਕੀਤੀ ਹੈ ਮੈਂ ਉਹਦੇ ਅਨੁਸਾਰ ਚੱਲ ਰਿਹਾ ਜਾਂ ਨਹੀਂ। ਮੈਂ ਕੀਰਤਨ ਦੀ ਦਾਤ ਨੂੰ ਆਪਣੇ ਜੀਵਨ 'ਚ ਘੁੱਟ ਕੇ ਪਕੜਿਆ ਹੋਇਆ, ਭਇਆ ਦੀਵਾਨਾ ਸ਼ਾਹਕਾ ਨਾਨਕ ਬਉਰਾਨਾ। ਇਸ ਕਰਕੇ ਜੀਵਨ ਦੀ ਜੁਗਤ ਸਾਨੂੰ ਸਤਿਗੁਰੂ ਜੀ ਨੇ ਕਿ ਵੀ ਸਿਖਾਈ ਹੈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ। ਜੇ ਅੱਜ ਸਿਫਤ ਹੋ ਰਹੀ ਹੈ ਜ਼ਿੰਦਗੀ ਦੇ ਵਿੱਚ ਕਿਸੇ ਗੁਣ ਕਰਕੇ, ਪ੍ਰਤਿਭਾ ਕਰਕੇ, ਤੇ ਇਹਨੂੰ ਆਪਣੀ ਨਿੱਜ ਦੀ ਨਾ ਜਾਣੋ। ਜੇ ਕੱਲ੍ਹ ਨੂੰ ਨਿੰਦਿਆ ਹੋਏਗੀ ਤਾਂ ਵੀ ਨਿੱਜ ਦੀ ਨਾ ਜਾਣੋ। ਇਹਨਾਂ ਦੋਵਾਂ ਤੋਂ ਉੱਪਰਲਾ ਜੀਵਨ ਬਤੀਤ ਕਰੋ, ਕਿਉਂਕਿ ਨਾ ਸਾਰੀ ਜ਼ਿੰਦਗੀ ਮਨੁੱਖ ਦੀ ਉਸਤਤ ਹੋ ਸਕਦੀ ਹੈ ਅਤੇ ਨਾ ਸਾਰੀ ਜ਼ਿੰਦਗੀ ਮਨੁੱਖ ਦੀ ਨਿੰਦਿਆ ਹੀ ਹੋ ਸਕਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਹਿਣਸ਼ੀਲ ਸੰਤੰ, ਸੰਤਾਂ ਦਾ ਐਸਾ ਸਮਦ੍ਰਿਸ਼ਟ ਸੁਭਾਅ ਹੁੰਦਾ ਹੈ। ਸਮ ਮਿੱਤਰਸਯ ਦੁਰਜਨਹ। ਹੁਣ ਆਮ ਕਰਕੇ ਮਨੁੱਖ ਅਤੇ ਸੰਤ ਹੋਣ 'ਚ ਕੀ ਫਰਕ ਹੈ? ਭਾਵੇਂ ਅਸੀਂ ਰੋਜ਼ਾਨਾ ਦੇ ਸਤਸੰਗੀ ਹਾਂ, ਹੋ ਸਕਦਾ ਕਿਤੇ ਬੜੇ ਬਾਰੀਕ ਨੁਕਤੇ 'ਤੇ ਜਾ ਕੇ ਸਾਡੇ ਅੰਦਰ ਕੋਈ ਵਿਤਕਰੇ ਦੀ ਭਾਵਨਾ ਕਿਤੇ ਨਾ ਕਿਤੇ ਪਈ ਹੋਵੇ, ਔਰ ਮੈਂ ਦੇਖ ਵੀ ਲੈਂਦਾ ਬਹੁਤ ਵਾਰੀ ਸਪਸ਼ਟ ਹੋ ਜਾਂਦਾ ਹੈ। ਬੜੀ ਵਾਰੀ ਦੇਖਣ ਚਾਹੁੰਦਾ ਗੁਰੂ ਘਰ 'ਚ ਰਹਿਣ ਵਾਲੇ ਵੀ ਜਾਤੀਗਤ ਨੁਕਤਿਆਂ ਦੇ ਸ਼ਿਕਾਰ ਹੋਏ ਫਿਰਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਮ ਮਿੱਤਰਸ ਦੁਰਜਨਹ। ਹੁਣ ਸੰਤ ਦੇ ਲਈ ਦ੍ਰਿਸ਼ਟ ਹੈ। ਗੁਰੂ ਸਾਹਿਬ ਜੀ ਕਹਿੰਦੇ ਕਿਉਂ ਦ੍ਰਿਸ਼ਟ ਹੈ? ਕਿ ਉਹ ਜਾਣ ਚੁੱਕਾ ਹੈ, ਉਹਦੇ ਅੰਦਰ ਪਹਿਲਾਂ ਪਰਮੇਸ਼ਰ ਦਾ ਖੁਦ ਨੂਰ ਉਤਰਿਆ, ਫਿਰ ਉਹਨੇ ਸਾਰੇ ਨੂਰ ਦੀ ਪਹਿਚਾਣ, ਉਹਦਾ ਅਹਿਸਾਸ ਖਲਕਤ ਦੇ ਵਿੱਚ ਕੀਤਾ ਹੈ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਮ ਮਿੱਤਰਸਯ ਦੁਰਜਨਹ। ਤਾਂ ਇਸੇ ਪ੍ਰਕਾਰ ਕਹਿੰਦੇ ਕਿਸੇ ਜਗ੍ਹਾ ਮਹਾਤਮਾ ਰਹਿੰਦੇ ਸਨ, ਕੋਈ ਪਰਉਪਕਾਰੀ। ਤਾਂ ਇੱਕ ਜਿਹੜਾ ਮਨੁੱਖ ਸੀ ਉਹਨਾਂ ਦਾ ਪ੍ਰੇਮੀ ਸੀ, ਰੋਜ਼ਾਨਾ ਉਹਨਾਂ ਦਾ ਅਦਬ ਭਾਵ ਕਰਨ ਦੇ ਲਈ ਆਇਆ ਕਰੇ। ਇੱਕ ਦਿਨ ਇੱਕ ਮਨੁੱਖ ਬੜੇ ਮੰਦੇ ਭਲੇ ਬੋਲ ਕਹਿ ਕੇ ਗਿਆ, ਇੰਨੇ ਜ਼ਿਆਦਾ ਮੰਦੇ ਭਲੇ ਬੋਲ ਕਹਿ ਕੇ ਗਿਆ। ਉਸ ਮਹਾਤਮਾ ਦਾ ਚੇਲਾ ਕਹਿਣ ਲੱਗਾ ਇੰਨੀ ਬੇਇੱਜ਼ਤੀ ਨਾਲੋਂ ਤਾਂ ਮਰ ਜਾਣਾ ਚੰਗਾ ਜਿਤਨੀ ਇਹਨੇ ਕਰ ਦਿੱਤੀ ਹੈ। ਮਹਾਤਮਾ ਕਹਿਣ ਲੱਗਾ ਕੋਈ ਗੱਲ ਨਹੀਂ, ਸਾਡਾ ਕੁਝ ਨਹੀਂ ਗਿਆ, ਉਹ ਆਪਣਾ ਆਪ ਹੀ ਬਾਹਰ ਕੱਢ ਕੇ ਗਿਆ। ਥੋੜ੍ਹੇ ਸਮੇਂ ਬਾਅਦ ਉਹ ਜਿਹੜਾ ਨਿੰਦਕ ਬਿਮਾਰ ਪੈ ਗਿਆ ਕਿਸੇ ਰੋਗ ਕਰਕੇ, ਅਤੇ ਉਹ ਮਹਾਤਮਾ ਵੈਦਗੀ ਰੂਪ ਦੇ ਵਿੱਚ ਲੋਕਾਂ ਦਾ ਉਪਚਾਰ ਵੀ ਕਰਦੇ ਸਨ, ਬਣਿਆ ਵੈਦਾਂ ਕੋਲੋਂ ਗਿਆ, ਪਰ ਰੋਗ ਨੂੰ ਆਰਾਮ ਨਾ ਆਵੇ। ਆਖਰ ਫਿਰ ਉਹਨਾਂ ਮਹਾਤਮਾਵਾਂ ਨੂੰ ਪਤਾ ਲੱਗ ਗਿਆ ਕਿ ਉਹ ਮਨੁੱਖ ਜਿਹੜਾ ਕੁਝ ਦਿਨ ਪਹਿਲਾਂ ਸਾਨੂੰ ਬੁਰਾ ਭਲਾ ਬਹੁਤ ਕਹਿ ਕੇ ਗਿਆ ਸੀ, ਅੱਜ ਉਹ ਬਿਮਾਰ ਪੈ ਗਿਆ। ਤਾਂ ਉਹ ਜਦੋਂ ਉੱਠ ਕੇ ਆਪਣੀ ਸਾਰੀ ਦਵਾਈ ਆਦਿਕ ਨਾਲ ਲੈ ਕੇ ਉਹਦੇ ਘਰ ਵੱਲ ਨੂੰ ਤੁਰੇ, ਉਹਨਾਂ ਦਾ ਮੁਰੀਦ ਕਹਿਣ ਲੱਗਾ ਤੁਸੀਂ ਕਿਸ ਮਿੱਟੀ ਦੇ ਬਣੇ ਹੋ? ਕੱਲ੍ਹ ਪਰਸੋਂ ਤਾਂ ਇੰਨਾ ਅਪਮਾਨ ਕੀਤਾ ਹੈ, ਅੱਜ ਉਹਦਾ ਭਲਾ ਕਰਨ ਲਈ ਤੁਰ ਪਏ ਹੋ। ਅਤੇ ਉਹ ਮਹਾਤਮਾ ਕਹਿਣ ਲੱਗਾ ਤੂੰ ਅਜੇ ਤੱਕ ਅਪਮਾਨ ਨੂੰ ਚੁੱਕੀ ਫਿਰਦਾ ਕਿ ਮੇਰਾ ਅਪਮਾਨ ਹੋਇਆ, ਮੈਨੂੰ ਉਹਦਾ ਰੋਗ ਨਜ਼ਰ ਆ ਰਿਹਾ ਅਤੇ ਮੇਰੇ ਪਾਸ ਜਿੰਨੀ ਕੁ ਸਮਰੱਥਾ ਹੈ ਮੈਂ ਉਹਦੇ ਰੋਗ ਦਾ ਉਪਚਾਰ ਕਰਾਂਗਾ। ਸਮ ਮਿੱਤਰਸਯ ਦੁਰਜਨ। ਇੱਥੇ ਗੁਰੂ ਸਾਹਿਬ ਜੀ ਨੇ ਸੰਤਾਂ ਦਾ ਇੱਕ ਸੁਭਾਅ ਹੋਰ ਵੀ ਦ੍ਰਿੜ ਕਰਾਇਆ। ਅੱਜ ਦੇ ਪੰਜਾਬ ਦੇ ਵਿੱਚ ਜਿਤਨੇ ਵੀ ਸੰਤ ਵਿਸ਼ੇਸ਼ਣ ਵਾਲੇ ਇਨਸਾਨ ਵਿਚਰ ਰਹੇ ਨੇ, ਮੈਂ ਦੇਖਿਆ ਉਹ ਸੰਗਤ ਦੇ ਤਲ 'ਤੇ ਵੀ ਵਿਤਕਰੇ ਦੀ ਭਾਵਨਾ ਹੈ। ਕੋਈ ਬੜਾ ਧਨਵਾਨ ਉਹਨਾਂ ਦਾ ਪ੍ਰੇਮੀ ਹੈ, ਉਹਨੂੰ ਨਿੱਜ ਕਮਰੇ ਵਿੱਚ ਬੁਲਾ ਕੇ ਉਹਦੇ ਨਾਲ ਵਾਰਤਾਲਾਪ ਕਰਨੀ ਹੈ। ਜੇ ਕੋਈ ਸਧਾਰਨ ਸਾਡੇ ਵਰਗਾ ਕਿਰਤੀ ਹੈ, ਉਹਨੂੰ ਕਹਿਣਾ ਦੂਰ ਹੀ ਬੈਠਾ ਰਹੇ। ਇਸੇ ਪ੍ਰਕਾਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਸਮ ਮਿੱਤਰਸਯ ਦੁਰਜਨ ਹੈ। ਮੈਨੂੰ ਯਾਦ ਹੈ ਕਿਸੇ ਜਗ੍ਹਾ ਕਿਸੇ ਮਹਾਤਮਾ ਦੇ ਸੰਤ ਕੋਈ ਅਖਵਾਉਂਦਾ ਸੀ, ਉਹਦੇ ਨਾਲ ਮੇਰਾ ਕੁਝ ਵਾਸਤਾ ਬਣਿਆ। ਤਾਂ ਉਹ ਕੋਈ ਸਮਾਗਮ ਸੀ, ਤਾਂ ਵਿਸ਼ੇਸ਼ ਰੂਪ ਦੇ ਵਿੱਚ ਬੜੇ ਮਹਿੰਗੇ ਕਾਰਡ ਛਪਾਏ ਗਏ। ਤਾਂ ਉਹ ਆਪਣੇ ਕਿਸੇ ਸੇਵਕ ਨੂੰ ਕਹਿ ਰਿਹਾ ਸੀ ਬਕਾਇਦਾ ਨਾਮ ਕਿ ਉਹਨਾਂ ਨੂੰ ਆਪ ਦੇ ਕੇ ਆਉਣੇ ਨੇ। ਹੈ ਗੁਰਮਤਿ ਸਮਾਗਮ, ਵਿਆਹ ਵਾਂਗ ਕਾਰਡ ਛਪਾਏ ਹੋਏ ਸਨ। ਤਾਂ ਸਹਿਜ ਸੁਭਾਅ ਮੈਂ ਕਹਿ ਦਿੱਤਾ, ਮੈਂ ਕਿਹਾ ਜੀ ਫਿਰ ਜਿੰਨੇ ਕਾਰਡ ਭੇਜੇ ਇੰਨੇ ਆਉਣਗੇ? ਕਹਿੰਦਾ ਨਹੀਂ, ਜਿਹੜੇ ਆਪਣੇ ਅਤੀ ਖਾਸ ਨੇ, ਜਿਨ੍ਹਾਂ ਨੇ ਚੰਗੀਆਂ ਮੋਟੀਆਂ ਭੇਟਾਵਾਂ ਦੇਣੀਆਂ, ਉਹਨਾਂ ਨੂੰ ਕਾਰਡ ਭੇਜੀ ਦੇ ਨੇ, ਬਾਕੀਆਂ ਦੇ ਲਈ ਆਮ ਇਸ਼ਤਿਹਾਰ ਨੇ। ਸਮ ਮਿੱਤਰਸਯ ਦੁਰਜਨਹ। ਜਿਹੜੇ ਸੰਤ ਦੇ ਅੰਦਰ ਸਮਦ੍ਰਿਸ਼ਟਤਾ ਨਹੀਂ ਪੈਦਾ ਹੋਈ, ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਸੰਤ ਕਹਿਣਾ ਵੀ ਅਣਉਚਿਤ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਮ ਮਿੱਤਰਸਯ ਦੁਰਜਨ, ਉਹਨਾਂ ਦੇ ਲਈ ਸਮਭਾਵ ਵਾਲੇ ਹੁੰਦੇ ਹਨ। ਨਾਨਕ ਭੋਜਨ ਅਨਕ ਪ੍ਰਾਕਰੇਣ, ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਈ ਉਹਨਾਂ ਦੀ ਜਿੰਨੀ ਮਰਜ਼ੀ ਉਪਮਾ ਕਰੀ ਜਾਵੇ। ਇਸੇ ਪ੍ਰਕਾਰ ਕੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਭੋਜਨ ਅਨਕ ਪ੍ਰਾਕਰੇਣ, ਕੋਈ ਬੜੇ ਪ੍ਰਕਾਰ ਕਰਕੇ ਉਹਨਾਂ ਦੇ ਸਾਹਮਣੇ ਪਕਵਾਨ ਹਾਜ਼ਰ ਕਰੇ, ਬੜੇ ਪ੍ਰਕਾਰ ਕਰਕੇ ਉਹਨਾਂ ਦੀ ਸਿਫਤ ਸਲਾਹ ਉਪਮਾ ਕਰੇ। ਦੂਜੇ ਪਾਸੇ ਕਹਿੰਦੇ ਨਿੰਦਕ ਆਵਦ ਹੋਏ ਉਪਤਿਸ਼ਟ ਤੇ, ਜਿਹੜੇ ਇਸੇ ਪ੍ਰਕਾਰ ਹਨ। ਦੂਜੇ ਪਾਸੇ ਕੋਈ ਨਿੰਦਕ ਇੱਕੋ ਸਮੇਂ ਉਹਨਾਂ ਦੇ ਸਾਹਮਣੇ ਕੋਈ ਉਹਨਾਂ ਦਾ ਸਿਫਤ ਵਾਲਾ ਸਤਿਕਾਰ ਕਰਨ ਵਾਲਾ ਖਲੋਤਾ ਹੋਵੇ, ਦੂਜੇ ਉਸੇ ਸਮੇਂ ਕੋਈ ਨਿੰਦਕ ਹਥਿਆਰ ਸ਼ਸਤਰ ਲੈ ਕੇ ਉਹਨਾਂ ਦੇ ਕੱਟਣ 'ਤੇ ਵੀ ਉਤਾਰੂ ਹੋ ਗਿਆ ਹੋਵੇ।
ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਕਿਸੇ ਦਾ ਵੀ ਫਰਕ ਨਹੀਂ ਕਰਦੇ, ਕਿਉਂਕਿ ਉਹ ਮੁਕਤ ਸਰੂਪ ਹੋ ਗਏ ਹੁੰਦੇ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਬਾਣੀ ਦੇ ਵਿੱਚ ਜੀਵਨ ਦੀ ਇੱਕ ਜੁਗਤ ਦ੍ਰਿੜ ਕਰਵਾਈ ਹੈ ਕਿ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੁ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਹੁਣ ਦੇਖੋ, ਜਿੰਨਾ ਚਿਰ ਜੀਵਨ ਨੂੰ ਇਹਨਾਂ ਚੀਜ਼ਾਂ 'ਚੋਂ ਬਾਹਰ ਨਹੀਂ ਕੱਢਦੇ ਉਹਨਾਂ ਚਿਰ ਦੁਖੀ ਸੁਖੀ ਹੁੰਦੇ ਰਵਾਂਗੇ। ਹੁਣ ਜੇ ਮਨੁੱਖ ਸਮਝੇਗਾ ਕਿ ਸਦੀਵ ਸੁੱਖ ਬਣਿਆ ਰਵੇ ਤਾਂ ਇੰਨਾ ਕੁ ਤਾਂ ਸਾਨੂੰ ਸਾਰਿਆਂ ਨੂੰ ਸਮਝ ਆਉਂਦਾ ਕਿ ਨਾ ਸਦੀਵ ਸੁੱਖ ਰਹੇਗਾ ਅਤੇ ਨਾ ਸਦੀਵੀ ਦੁੱਖ ਰਹੇਗਾ। ਇਸ ਕਰਕੇ ਦੋਵੇਂ ਅਵਸਥਾ ਆਪਣੇ ਆਪਣੇ ਹੁਕਮੀ ਨੇਮ ਅਨੁਸਾਰ ਚੱਲਦੀਆਂ ਰਹਿਣਗੀਆਂ। ਜਿਵੇਂ ਗਰਮੀਆਂ ਦੇ ਵਿੱਚ ਹਲਕੇ ਕੱਪੜੇ ਪਹਿਨੀਦੇ ਨੇ, ਪਤਲੇ ਪਹਿਨੀਦੇ ਨੇ, ਸਿਆਲ ਦੇ ਵਿੱਚ ਨਿੱਘ ਵਾਲੇ ਪਹਿਨੀਦੇ ਨੇ, ਇਸੇ ਪ੍ਰਕਾਰ ਸੁੱਖ ਦੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਹੁਣ ਇਸ ਪ੍ਰਕਾਰ ਜੇ ਮਨੁੱਖ ਇਹਨਾਂ ਗੱਲਾਂ ਦੇ ਭਾਵ ਵਿੱਚ ਫਸਿਆ ਰਹੇਗਾ ਅਤੇ ਕਦੀ ਉਹਦੀ ਸਮਤਲ ਅਵਸਥਾ ਨਹੀਂ ਪੈਦਾ ਹੋਏਗੀ। ਦੁੱਖ ਵੇਲੇ ਦੁਖੀ ਹੋਏਗਾ, ਸੁੱਖ ਵੇਲੇ ਸੁਖੀ ਹੋਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਲੈ। ਨਾ ਬਾਹਰੀ ਸੁੱਖ ਕਰਕੇ ਤੂੰ ਸੁਖੀ ਹੋ ਸਕੇ ਅਤੇ ਨਾ ਬਾਹਰੀ ਦੁੱਖ ਕਰਕੇ ਤੂੰ ਦੁਖੀ ਹੋ ਸਕੇ, ਤੇਰਾ ਹਿਰਦਾ ਇੱਕ ਸਮਾਨ ਰਸ ਰਹੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸੰਤ ਦੇ ਜੀਵਨ ਦੀ ਅਵਸਥਾ ਹੈ, ਉਹਦੇ ਸਾਹਮਣੇ ਕੋਈ ਵੀ ਇਨਸਾਨ ਬੁਰਾ ਮੰਦਾ ਚੰਗਾ ਭਲਾ ਹੋਵੇ, ਉਹ ਇਸੇ ਪ੍ਰਕਾਰ ਉਹਨਾਂ ਨਾਲ ਸਮ ਵਿਵਹਾਰ ਕਰਦਾ ਹੈ। ਹੁਣ ਸੰਤ ਸਮ ਵਿਵਹਾਰ ਕਿਉਂ ਕਰਦਾ ਹੈ, ਇਹਦਾ ਵੀ ਇੱਕ ਨੁਕਤਾ ਬਣਦਾ ਹੈ ਕਿ ਕਿਉਂ ਕਰਦਾ ਹੈ, ਉਹਨੂੰ ਕੀ ਜ਼ਰੂਰਤ ਪਈ ਇਸ ਗੱਲ ਦੀ। ਗੱਲ ਐਸੀ ਹੈ ਕਿ ਸੰਸਾਰ ਦੇ ਵਿੱਚ ਜਿਵੇਂ ਅੱਜ ਦਾ ਸਮਾਂ ਹੈ, ਅਵਗੁਣਾਂ ਦਾ ਪਸਾਰ ਵੱਧਦਾ ਜਾ ਰਿਹਾ। ਅਵਗੁਣਾਂ ਦਾ ਜਿਹੜਾ ਆਲਮ ਹੈ, ਅਧਰਮ ਦਾ ਪਸਾਰ ਵੱਧਦਾ ਜਾ ਰਿਹਾ ਹੈ। ਅਤੇ ਉਸ ਸਮੇਂ ਵਿੱਚ ਜਿਹੜੇ ਅਧਰਮ ਦੇ ਵਿੱਚ ਜਿਹੜੇ ਅਵਗੁਣਾਂ ਦੇ ਪਾਸੇ ਵੱਲ ਵਹਿ ਚੁੱਕੇ ਨੇ, ਮੈਂ ਸਮਝਦਾ ਕਿ ਉਹਨਾਂ ਦੇ ਲਈ ਸੰਸਾਰ ਦੀ ਜਿਹੜੀ ਆਮ ਦਇਆ ਹੁੰਦੀ ਹੈ ਉਹ ਸਮਾਪਤ ਹੋ ਚੁੱਕੀ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਬੰਦਾ ਨਸ਼ੇ ਦੀ ਲੱਤ ਵਿੱਚ ਹੀ ਕਿਤੇ ਗਰਕ ਜਾਵੇ ਨਾ, ਅਤੇ ਸਮਾਜ ਤਾਂ ਕੀ ਖੁਦ ਦਾ ਪਰਿਵਾਰ ਵੀ ਇੰਨੀ ਘ੍ਰਿਣਾ ਕਰਨ ਯੋਗ ਹੋ ਜਾਂਦਾ ਹੈ, ਕਰਨ ਲੱਗ ਪੈਂਦਾ ਕਿ ਉਹ ਬੰਦਾ ਆਪਣੇ ਜੀਵਨ ਨੂੰ ਕਿਸੇ ਅਰਥ ਨਹੀਂ ਸਮਝਦਾ ਅਤੇ ਆਖਰ ਕਿਸੇ ਜਾਂ ਉਸ ਖਾਈ ਵੱਲ ਡੂੰਘਾ ਚਲਿਆ ਜਾਂਦਾ ਹੈ, ਜਾਂ ਫਿਰ ਸਮਾਜ ਦੇ ਪ੍ਰਤੀ ਉਹ ਆਕਰੋਸ਼ ਧਾਰਨ ਕਰ ਲੈਂਦਾ ਹੈ। ਉਸ ਸਮੇਂ ਵਿੱਚ ਕੋਈ ਸੰਤ ਤਾਈ ਵਾਲੀ ਸ਼ਖਸੀਅਤ ਉਹਨੂੰ ਟੱਕਰ ਜੇ ਅਤੇ ਉਹਦੀ ਕਰੁਣਾ, ਆਪਣੀ ਕਰੁਣਾ ਦੇ ਨਾਲ ਉਹਦਾ ਜੀਵਨ ਬਦਲ ਦਿੰਦੀ ਹੈ। ਕਿਉਂਕਿ ਸੰਤ ਕਿਸੇ ਨੂੰ ਬੁਰਾ ਚੰਗਾ ਗਿਣਦੇ ਨੇ, ਇਸ ਕਰਕੇ ਸੰਤ ਦੇ ਪਾਸ ਅਪਰਾਧੀ ਵੀ ਆਇਆ ਉਹਨੇ ਉਹਨੂੰ ਭਲਾ ਕਹਿ ਕੇ ਕਹਿਣਾ। ਆਮ ਕਰਕੇ ਕਦੀ ਬੰਦਗੀ ਰੱਤੇ ਗੁਰਮੁਖ ਆਪ ਜੀ ਨੇ ਕਦੇ ਦੇਖੇ ਹੋਣ, ਮਿਲੇ ਕੋਈ ਐਸਾ ਸੁਭਾਅ ਬਣਿਆ ਹੋਵੇ ਤਾਂ ਮੈਂ ਦੇਖਿਆ ਉਹ ਸਾਰਿਆਂ ਨੂੰ ਇੱਕੋ ਹੀ ਸ਼ਬਦ ਨਾਲ ਸੰਬੋਧਨ ਕਰਨਗੇ, ਆਹ ਭਲਿਆ ਪੁਰਖਾ, ਆਹ ਪਰਮੇਸ਼ਰ ਦਿਆ ਬੰਦਿਆ, ਇਸ ਤਰ੍ਹਾਂ ਦੇ ਵਾਕ ਕਹਿਣਗੇ। ਇਹ ਕੇਵਲ ਕਹਿਣ ਮਾਤਰ ਨਹੀਂ ਹੁੰਦੇ, ਉਹਨਾਂ ਦੇ ਹਿਰਦੇ ਦਾ ਅਹਿਸਾਸ ਵੀ ਐਸਾ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਿੰਦਕ ਆਬੁਧ ਹੋਏ ਉਪਤਿਸ਼ਟ ਤੇ, ਕੋਈ ਭਾਵੇਂ ਉਹਨਾਂ ਦਾ ਸਿਰ ਕਲਮ ਕਰਨਾ ਚਾਹੇ ਜਾਂ ਕੋਈ ਸਿਫਤ ਕਰਕੇ ਉਹਨਾਂ ਨੂੰ ਆਪਣੇ ਸਿਰ ਉੱਪਰ ਉਹਨਾਂ ਦੇ ਚਰਨ ਰੱਖਣਾ ਚਾਹੇ, ਉਹ ਕਿਸੇ ਗੱਲ ਦਾ ਵੀ ਅਨਾਦਰ ਮਾਣ ਨਹੀਂ ਧਾਰਨ ਕਰਦੇ ਨੇ। ਇਸ ਕਰਕੇ ਸੰਸਾਰ ਦੇ ਵਿੱਚ ਧਰਮ ਦਾ ਸੰਤੁਲਨ ਬਣਿਆ ਰਹੇ। ਸੰਤ ਨੂੰ ਮਾਲਕ ਆਪਣੇ ਰੱਬੀ ਗੁਣ ਬਖਸ਼ਿਸ਼ ਕਰਕੇ ਐਸਾ ਸੁਭਾਅ ਧਾਰਨ ਕਰਦਾ ਹੈ। ਹੁਣ ਅੱਜ ਦੇ ਪਾਵਨ ਵਾਕ 'ਚ ਇੱਕ ਖਿਆਲ ਹੈ ਨਾ, ਗਨਕਾ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਸਿਮਰਤ ਗਨਕਾ ਸਿਉਦਰੀ ਤਾਂ ਕੋ ਜਸ ਉਰ ਧਾਰੋ। ਅੱਜ ਦੇ ਸਮੇਂ 'ਚ ਥੋੜ੍ਹਾ ਜਿਹਾ ਪਤਾ ਲੱਗ ਜਾਏ ਨਾ ਕਿਸੇ ਬੰਦੇ ਦੇ ਕਿਰਦਾਰ ਬਾਰੇ ਕਿ ਇਹ ਥੋੜ੍ਹਾ ਢਿੱਲਾ ਹੈ, ਤਾਂ ਮਨੁੱਖ ਦੂਰੀ ਬਣਾਉਂਦਾ ਉਹਦੇ ਤੋਂ, ਕਹਿੰਦਾ ਨਹੀਂ ਇਹਦੇ ਨੇੜੇ ਨਹੀਂ ਜਾਣਾ, ਸਾਡੇ 'ਤੇ ਵੀ ਪ੍ਰਭਾਵ ਪਏਗਾ। ਅਤੇ ਮਹਾਤਮਾ ਸਨ ਕੋਈ, ਰਸਤੇ ਵਿੱਚ ਰਾਤ ਮੀਂਹ ਪੈਣ ਲੱਗ ਪਿਆ ਅਤੇ ਮੀਂਹ ਦੀ ਮਾਰ ਤੋਂ ਬਚਣਾ ਸੀ, ਗੜੇ ਆਦਿਕ ਪੈਣ ਲੱਗ ਪਏ ਅਤੇ ਹਨੇਰੇ ਦੇ ਵਿੱਚ ਗਨਕਾ ਦੇ ਘਰ ਜਾ ਵੜੇ। ਹੁਣ ਗਨਕਾ ਦਾ ਕੀ ਸੁਭਾਅ ਹੈ, ਵੇਸਵਾ ਹੈ, ਕਾਮ ਦੀ ਰਸਾਤਲ ਦੇ ਵਿੱਚ ਉਹਦਾ ਜੀਵਨ ਬਤੀਤ ਹੁੰਦਾ, ਵਿਸ਼ਿਆਂ ਵਿਕਾਰਾਂ ਵਿੱਚ ਦਿਨ ਰਾਤ ਉਹ ਗ੍ਰਸਤ ਰਹਿੰਦੀ ਹੈ। ਜਦੋਂ ਗਏ ਤਾਂ ਉਸ ਵੇਸਵਾ ਨੇ, ਕਿਉਂਕਿ ਮੀਂਹ ਪੈ ਗਿਆ ਸੀ ਅੱਜ, ਕੋਈ ਉਸ ਤਰ੍ਹਾਂ ਦਾ ਕਾਮੀ ਪੁਰਸ਼ ਆਇਆ ਨਾ, ਅਤੇ ਮਨ ਦੇ ਕੁਝ ਭਾਵ ਪਹਿਲਾਂ ਹੀ ਸ਼ੁੱਧ ਹੋ ਗਏ ਸਨ, ਤਾਂ ਉਹ ਮਹਾਤਮਾ ਨੂੰ ਕਹਿਣ ਲੱਗੇ, ਪਹਿਲਾਂ ਉਹਦੇ ਕੱਪੜੇ ਆਦਿਕ ਲੁਹਾ ਕੇ ਨਵੇਂ ਕੱਪੜੇ ਦਿੱਤੇ, ਅੱਗ ਆਦਿਕ ਬਾਲ ਕੇ ਨਿੱਘ ਦਿੱਤਾ, ਤਾਂ ਫਿਰ ਸਾਰੀ ਰਾਤ ਸੇਵਾ ਕੀਤੀ। ਸੰਤ ਸਨ, ਉਹ ਸਾਰੀ ਰਾਤ ਬੰਦਗੀ ਕਰਦੇ ਰਹੇ, ਪਰਮੇਸ਼ਰ ਦਾ ਨਾਮ ਜਪਦੇ ਰਹੇ। ਜਦ ਦਿਨ ਚੜ੍ਹਿਆ ਤਾਂ ਗਨਕਾ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਈ, ਕਹਿਣ ਲੱਗੀ ਕਿ ਅੱਜ ਤੱਕ ਮੈਂ ਪਾਪ ਕਰਮ ਕੀਤਾ ਹੈ ਅਤੇ ਮੇਰਾ ਜੀਵਨ ਇੰਨਾ ਮੈਲ ਦੇ ਨਾਲ ਭਰਿਆ, ਮੈਨੂੰ ਨਹੀਂ ਲੱਗਦਾ ਮੇਰੀ ਮੁਕਤੀ ਹੋ ਸਕੇਗੀ। ਪਰ ਮੈਂ ਤਾਂ ਜਾਣਦੀ ਹਾਂ ਕਿ ਕਹਿੰਦੇ ਸੰਤ ਜਨਾਂ ਦੀ ਕਿਤੇ 2 ਸਕਿੰਟ ਵੀ 2 ਮਿੰਟ ਵੀ ਸੇਵਾ ਕਰ ਲਈਏ ਤਾਂ ਮੁਕਤੀ ਮਿਲ ਜਾਂਦੀ ਹੈ। ਮੈਂ ਤਾਂ ਤੁਹਾਡੀ ਸਾਰੀ ਰਾਤ ਸੇਵਾ ਕੀਤੀ ਹੈ, ਭੋਜਨ ਦੀ, ਕੱਪੜੇ ਦੀ, ਨਿੱਘ ਦੀ, ਤੁਹਾਡੇ ਸਭ ਪ੍ਰਕਾਰ ਆ ਜਿਹੜਾ ਤੋਤਾ ਨਾਲ ਤੁਹਾਡੀ ਇਹਦੀ ਵੀ ਸੇਵਾ ਕੀਤੀ ਹੈ, ਇਹਦਾ ਕੀ ਫਲ ਮਿਲੇਗਾ। ਉਹ ਕਹਿਣ ਲੱਗੇ ਕਿ ਆਹ ਜਿਹੜਾ ਤੋਤਾ ਹੈ
ਅਸੀਂ ਬੜੇ ਸਾਲਾਂ ਦੀ ਸਾਧਨਾ ਕਰਕੇ ਇਹਨੂੰ ਰੱਬ ਰੱਬ ਰਾਮ ਰਾਮ ਕਹਿਣਾ ਸਿਖਾਇਆ ਹੈ। ਚੱਲ ਇਹ ਸਾਨੂੰ ਪਿਆਰਾ ਬੜਾ ਹੈ, ਇਹਨੂੰ ਅਸੀਂ ਰੱਖ ਲੈਂਦੇ ਆਪਣੇ ਪਾਸ। ਤਾਂ ਇਸ ਕਰਕੇ ਅਸੀਂ ਆਪਣੇ ਪਾਸ ਹੀ ਰੱਖਦੇ ਸਾਂ, ਤੈਨੂੰ ਦੇ ਕੇ ਜਾਂਦੇ ਇਸ ਵਾਰੀ। ਤਾਂ ਇਸ ਨੂੰ ਰੱਖਣਾ ਹੈ, ਨਾਲ ਇਹਦੀ ਪ੍ਰਤਪਾਲਨਾ ਕਰਨੀ ਹੈ, ਅਤੇ ਨਾਲ ਸਵੇਰੇ ਸ਼ਾਮ ਉੱਠ ਕੇ ਇਹਨੂੰ ਰਾਮ ਰਾਮ ਜਪਾਉਣਾ ਹੈ, ਕਿਉਂਕਿ ਇਹਦੀ ਜ਼ੁਬਾਨ 'ਤੇ ਰਾਮ ਰਾਮ ਪੱਕਿਆ ਹੋਇਆ। ਹੁਣ ਇਉਂ ਕਰਦੀ ਗਈ, ਰੋਜ਼ਾਨਾ ਸਵੇਰੇ ਉੱਠ ਕੇ ਸ਼ਾਮ ਵੇਲੇ ਕਰਦੀ ਹੈ। ਹੁਣ ਜਦੋਂ ਉਹ ਕਰਮ ਕਰਨਾ ਪੈਂਦਾ ਹੈ ਤਾਂ ਉਸ ਸਮੇਂ ਜਿਹੜਾ ਉਹ ਵੇਸਵਾ ਪੁਣੇ ਵਾਲੇ ਕਰਮ ਨੇ, ਉਹਦਾ ਮਨ 'ਚੋਂ ਖਿਆਲ ਵਿਸਰਦਾ ਜਾਂਦਾ ਹੈ। ਆਖਰ ਇਸ ਪ੍ਰਕਾਰ ਸਮੁੱਚਾ ਜੀਵਨ ਉਹਦਾ ਸ਼ੁੱਧ ਹੋ ਗਿਆ, ਵਿਕਾਰਾਂ ਦੀ ਮੈਲ ਪੂਰੀ ਤਰ੍ਹਾਂ ਸਮਾਪਤ ਹੋ ਗਈ। ਇੱਕ ਦਿਨ ਅੰਮ੍ਰਿਤ ਵੇਲੇ ਜਦ ਉਹ ਜਿਹੜਾ ਤੋਤਾ ਰੱਖਿਆ ਸੀ ਉਹਨੂੰ ਰਾਮ ਰਾਮ ਪਾ ਕੇ ਪਾਣੀ ਆਦਿਕ ਉਠਾਉਣ ਲੱਗੀ ਤਾਂ ਦੇਖਿਆ ਮਰਿਆ ਪਿਆ, ਉਹਦੇ ਖਾਲ ਕੇ ਕਦੇ ਸੁੱਤਾ ਪਿਆ। ਤਾਂ ਇਸੇ ਪ੍ਰਕਾਰ ਪਿੰਜਰਾ ਖੋਲ੍ਹ ਕੇ ਕੱਢਣ ਲੱਗੀ ਅਤੇ ਪਿੰਜਰੇ ਅੰਦਰ ਉਹ ਜਿਹੜਾ ਸੱਪ ਸੀ ਉਹ ਕਿਤੇ ਤੋਤੇ ਨੂੰ ਲੜ ਗਿਆ ਸੀ। ਤੋਤੇ ਦੀ ਮ੍ਰਿਤਯੂ ਹੋ ਗਈ ਸੀ। ਜਦੋਂ ਹੱਥ ਪਾ ਕੇ ਕੱਢਣ ਲੱਗੀ, ਉਸੇ ਵਕਤ ਉਹ ਤੋਤੇ ਨੇ ਉਹਦੇ ਹੱਥ 'ਤੇ ਵੀ ਡੰਗ ਮਾਰਿਆ। ਉਦੋਂ ਰਾਮ ਰਾਮ ਕਹਿ ਰਹੀ ਸੀ, ਰਾਮ ਰਾਮ ਕਹਿੰਦਿਆਂ ਉਹਦੀ ਜਾਨ ਨਿਕਲ ਗਈ ਅਤੇ ਇਸੇ ਪ੍ਰਕਾਰ ਮੁਕਤ ਹੋ ਗਈ। ਹੁਣ ਸੰਤ ਨੇ ਇੱਕ ਦਇਆ ਕੀਤੀ ਕਿ ਜੇ ਉਹਦੇ ਵੇਸਵਾ ਪੁਣੇ ਨੂੰ ਵਿਚਾਰ ਲੈਂਦਾ, ਸ਼ਾਇਦ ਉਹਦੀ ਕੁਟੀਆ ਦੇ ਅੰਦਰ ਉਹ ਜਾਂਦਾ ਹੀ, ਉਹਦੇ ਘਰ ਦੇ ਅੰਦਰ ਉਹ ਜਾਂਦਾ ਹੀ ਨਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਮ ਮਿੱਤਰਸਯ ਦੁਰਜਨਹ। ਇਸ ਕਰਕੇ ਉਧਾਰ ਕਰਨਾ ਪੈਂਦਾ ਹੈ। ਕਿਸੇ ਮੈਂ ਗੁਰਮੁਖ ਮਨੁੱਖ ਦੀ ਨਾ ਜ਼ਿੰਦਗੀ 'ਚ ਇੱਕ ਵਚਨ ਸੁਣੇ ਸਨ, ਇਸ ਵਕਤ ਉਹ ਇਸ ਸੰਸਾਰ 'ਚ ਨਹੀਂ ਹੈ। ਤਾਂ ਉਹਨੇ ਆਪਣੀ ਵਿਥਿਆ ਦੱਸੀ ਸੀ, ਭਾਰਤ ਦੇ ਜਾਂ ਪੰਜਾਬ ਦੇ ਜਾਂ ਜਿੱਥੇ ਵੀ ਕਿਤੇ ਵੇਸਵਾ ਕਰਨੇ ਉਹਨਾਂ ਵਿੱਚ ਜਾਣਾ ਕਈ ਵਾਰੀ, ਤਾਂ ਮੇਰਾ ਪਰਿਵਾਰ ਇਤਰਾਜ਼ ਕਰਦਾ ਹੈ, ਕਹਿੰਦਾ ਪਰ ਮੇਰੇ ਜਾਣ ਦਾ ਮਕਸਦ ਕੁਝ ਹੋਰ ਹੈ। ਉੱਥੇ ਮੈਂ ਕੁਝ ਦੇਖਿਆ, ਕੁਝ ਤਾਂ ਮਜਬੂਰੀ ਕਰਕੇ, ਕੁਝ ਐਸਾ ਭਰਾਮਕ ਸਥਿਤੀ ਕਰਕੇ ਉਸ ਰਸਾਤਲ ਦੇ ਵਿੱਚ ਨਰਕ ਦੀ ਗਿਰਾਵਟ ਵਿੱਚ ਫਸਾਏ ਹੋਏ ਹਨ। ਫਿਰ ਮੈਂ ਉਹਨਾਂ ਨੂੰ ਆਪਣੀਆਂ ਧੀਆਂ ਦੇ ਤੌਰ 'ਤੇ ਪ੍ਰਵਾਨ ਕਰਕੇ ਯਤਨ ਕਰਦਾ ਕਿ ਉਹ ਆਪਣੀ ਜ਼ਿੰਦਗੀ ਦੀ ਆਮ ਹਾਲਤ ਦੇ ਵਿੱਚ ਆ ਸਕਣ। ਇਸ ਕਰਕੇ ਕਹਿੰਦਾ ਉਹ ਜਿਹੜੀਆਂ ਸਾਰੀਆਂ ਉੱਥੇ ਰਹਿਣ ਵਾਲੀਆਂ ਹਨ, ਉਹ ਸਾਰੀਆਂ ਮੈਨੂੰ ਆਪਣੀਆਂ ਪੁੱਤਰੀਆਂ ਲੱਗਦੀਆਂ ਨੇ। ਇਹ ਸੰਤ ਸੁਭਾਅ ਹੁੰਦਾ। ਜੇ ਇਹ ਸੁਭਾਅ ਧਰਤੀ 'ਤੇ ਜਿੰਨਾ ਜ਼ਿਆਦਾ ਬਰਕਰਾਰ ਰਹੇਗਾ, ਓਨਾ ਜ਼ਿਆਦਾ ਹੀ ਸੰਤੁਲਨ ਬਣਿਆ ਰਹੇਗਾ। ਜੇ ਅਸੀਂ ਕੇਵਲ ਇਸ ਪੱਧਰ 'ਤੇ ਹੀ, ਹੁਣ ਮਹਾਤਮਾ ਬੁੱਧ ਦੇ ਜੀਵਨ ਦੀ ਗੱਲ ਨਾ, ਅੰਗੁਲੀਮਾਲ ਤਾਂ ਜਦੋਂ ਇੱਕ ਜੰਗਲ 'ਚ ਜਾਣ ਲੱਗੇ ਤਾਂ ਉਹਨਾਂ ਦਾ ਇੱਕ ਸੇਵਕ ਕਹਿਣ ਲੱਗਾ, ਜੀ ਇੱਧਰ ਨਾ ਜਾਇਓ, ਇੱਧਰ ਅੰਗੁਲੀਮਾਲ ਰਹਿੰਦਾ, ਬੰਦੇ ਨੂੰ ਵੱਢ ਕੇ ਧੌਣ ਤੋਂ ਅਤੇ ਉਹਦੀ ਉਂਗਲੀ ਕੱਟ ਕੇ ਅਤੇ ਗਲ 'ਚ ਮਾਲਾ ਪਾ ਲੈਂਦਾ, ਇਸ ਕਰਕੇ ਨਾ ਜਾਇਓ। ਮਹਾਤਮਾ ਕਹਿਣ ਲੱਗੇ ਕੋਈ ਗੱਲ ਨਹੀਂ, ਜਾਂਦੇ ਹਾਂ। ਮਹਾਤਮਾ ਬੁੱਧ ਗਏ। ਜਦੋਂ ਉੱਥੇ ਗਏ ਤਾਂ ਮਹਾਤਮਾ ਬੁੱਧ ਨੇ ਉਹਨੂੰ ਪਹਿਲਾ ਵਚਨ ਜਾ ਕੇ ਇਹ ਕਿਹਾ, ਅੰਗੁਲੀਮਾਲ ਤੂੰ ਇਸ ਤਰ੍ਹਾਂ ਦਾ ਤਾਂ ਨਹੀਂ ਸੀ। ਜਦੋਂ ਇੰਨੀ ਗੱਲ ਕਹੀ ਅੰਗੁਲੀਮਾਲ ਨੂੰ ਕਿ ਤੂੰ ਇਸ ਤਰ੍ਹਾਂ ਦਾ ਤਾਂ ਨਹੀਂ ਸੀ ਜਦੋਂ ਤੂੰ ਪੈਦਾ ਹੋਇਆ, ਉਹਦਾ ਸਾਲਾਂ ਤੋਂ ਪੱਥਰ ਹੋਇਆ ਮਨ ਪਿਘਲ ਗਿਆ ਅਤੇ ਉਹ ਆਪਣੇ ਹਥਿਆਰ ਸੁੱਟ ਬੈਠਾ। ਅਤੇ ਫਿਰ ਕਰੁਣਾ ਨੇ ਪਗਰਾ ਦਿੱਤਾ। ਫਿਰ ਉਹਦਾ ਜੀਵਨ ਆਮ ਇਨਸਾਨਾਂ ਵਾਲਾ, ਦਇਆਵਾਨਾਂ ਵਾਲਾ ਹੋ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਐਸੀ ਕਲਾ ਵਰਤਾਈ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਜੰਗਲ 'ਚ ਨਾ ਜਾਇਓ, ਕੌਡਾ ਪੀਲ ਰਹਿੰਦਾ ਹੈ। ਇਸੇ ਪ੍ਰਕਾਰ ਜਿਹਨੂੰ ਕੌਡਾ ਰਾਖਸ਼ ਕਿਹਾ ਜਾਂਦਾ, ਬੰਦੇ ਤਲ ਕੇ ਖਾ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਨੇ ਕਲਾ ਵਰਤਾਈ। ਭਾਈ ਮਰਦਾਨਾ ਉਹਦੀ ਪਕੜਨ ਦੇ ਵਿੱਚ ਆ ਗਿਆ। ਜਦ ਸਤਿਗੁਰੂ ਨੇ ਦਇਆ ਕੀਤੀ ਕਿ ਰਾਖਸ਼ਾਂ ਵਾਲਾ ਨਹੀਂ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰ, ਸਤਿਗੁਰੂ ਦੀ ਇੱਕ ਮਿਹਰ ਦੀ ਨਜ਼ਰ ਹੋਈ, ਉਹਦਾ ਸਮੁੱਚਾ ਜੀਵਨ ਹੀ ਪਲਟ ਗਿਆ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਸਮ ਮਿੱਤਰਸਯ ਦੁਰਜਨ ਹੈ। ਉਹਨਾਂ ਦੇ ਜੀਵਨ 'ਚ ਇੰਨੀ ਸਮਤਾਈ ਹੁੰਦੀ ਹੈ, ਤਿਰਸਕਾਰ ਨਹਿ ਭਵੰਤ ਮਾਨ ਭੰਗਨ ਹੈ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਨੂੰ ਇਉਂ ਲੱਗਦਾ ਹੈ ਕਿ ਜੇ ਅਸੀਂ ਸੰਤ ਜਨ ਦਾ ਅਨਾਦਰ ਕਰਾਂਗੇ ਤਾਂ ਸ਼ਾਇਦ ਇਹਦਾ ਨਰਾਦਰ ਹੋ ਜਾਏਗਾ, ਕਿ ਜੇ ਅਸੀਂ ਆਦਰ ਕਰਾਂਗੇ ਤਾਂ ਇਹਦਾ ਆਦਰ ਹੈ, ਜੇ ਅਸੀਂ ਨਰਾਦਰ ਕਰਾਂਗੇ ਤਾਂ ਇਹਦਾ ਨਰਾਦਰ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਿਰਸਕਾਰ ਨਹਿ ਭਵੰਤ, ਨਾ ਉਹਨਾਂ ਦਾ ਤਿਰਸਕਾਰ ਹੁੰਦਾ, ਨਾ ਹੀ ਅਨਾਦਰ ਹੋ ਸਕਦਾ। ਨਹਿ ਭਵੰਤ ਮਾਨ ਭੰਗਨ, ਅਤੇ ਨਾ ਹੀ ਉਹਨਾਂ ਦਾ ਜਿਹੜਾ ਮਾਣ ਸਨਮਾਨ ਪਰਮੇਸ਼ਰ ਦੀ ਨਜ਼ਰ ਵਿੱਚ ਬਣਿਆ ਹੁੰਦਾ, ਨਾ ਉਹ ਹੀ ਭੰਗ ਹੋ ਸਕਦਾ ਹੈ। ਇਸ ਗੱਲ ਨੂੰ ਹੋਰ ਸਪਸ਼ਟ ਕਰਨ ਦੇ ਲਈ ਇੱਕ ਪ੍ਰਮਾਣ ਆਪ ਦੇ ਸਨਮੁਖ ਰੱਖਦੇ ਹਾਂ। ਬਾਬਾ ਸਾਹਿਬ ਸਿੰਘ ਜੀ ਬੇਦੀ, ਜਿਨ੍ਹਾਂ ਬਾਰੇ ਸ਼ਾਇਦ ਆਪ ਜੀ ਜਾਣਦੇ ਹੋਵੋ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਗੱਦੀ ਦਾ ਤਿਲਕ ਉਹਨਾਂ ਨੇ ਲਗਾਇਆ ਸੀ। ਇਹ ਰਾਜ ਗੱਦੀ 'ਤੇ ਤਿਲਕ ਲਗਾਉਣ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਉਹਨਾਂ ਦੇ ਉੱਪਰ ਉਸ ਵਕਤ ਦੀ ਮੁਗਲ ਸਰਕਾਰ ਨੇ ਸਿਰ 'ਤੇ ਇਨਾਮ ਰੱਖਿਆ ਹੋਇਆ ਸੀ ਅਤੇ ਉਹ ਆਪਣੇ ਜੀਵਨ ਨੂੰ ਬਚਾਉਣ ਦੇ ਲਈ ਇੱਕ ਜੰਗਲ ਵਿੱਚ ਕੁਟੀਆ ਪਾ ਕੇ ਰਹਿੰਦੇ ਸਨ। ਜੰਗਲ ਦੇ ਵਿੱਚ ਬਚਾ ਕੇ ਰਹਿੰਦੇ ਸਨ, ਕਿਉਂਕਿ ਮੁਗਲ ਸਰਕਾਰ ਨੇ ਉਹਨਾਂ ਦੇ ਸਿਰ 'ਤੇ ਇਨਾਮ ਰੱਖਿਆ ਹੋਇਆ ਸੀ। ਆਖਰ ਇੱਕ ਦਿਨ ਕੋਈ ਪਰਿਵਾਰ ਆਪਣੀ ਗੂੰਗੀ ਬੋਲੀ ਲੜਕੀ ਨੂੰ ਕਿ ਉਸ ਜੰਗਲ ਦੇ ਵਿੱਚ ਛੱਡ ਆਇਆ
ਤਾਂ ਬਾਬਾ ਸਾਹਿਬ ਸਿੰਘ ਬੇਦੀ ਨੇ ਉਹਦੀ ਪ੍ਰਤਪਾਲਣਾ ਸ਼ੁਰੂ ਕਰ ਦਿੱਤੀ, ਪਾਲਣਾ ਪੋਸ਼ਣਾ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਹ ਲੜਕੀ ਜਵਾਨ ਹੋ ਗਈ ਅਤੇ ਉਹ ਬਾਬਾ ਸਾਹਿਬ ਸਿੰਘ ਬੇਦੀ ਦੀ ਦੇਖਭਾਲ ਕਰਨ ਲੱਗ ਪਈ। ਇੰਨੇ 'ਚ ਇਹਨੂੰ ਮੁਗਲ ਸਰਕਾਰ ਦਾ ਭੇਜਿਆ ਹੋਇਆ ਇੱਕ ਫੌਜਦਾਰ ਸੂਬੇਦਾਰ ਸਿਪਾਹੀ ਬਾਬਾ ਸਾਹਿਬ ਸਿੰਘ ਬੇਦੀ ਦੀ ਸੂਹ ਕੱਢਦਾ ਕੱਢਦਾ ਜੰਗਲ ਵਿੱਚ ਜਾ ਪਹੁੰਚਿਆ। ਉਹਨੇ ਦੇਖਿਆ ਕਿ ਇਸ ਜਗ੍ਹਾ ਰਹਿੰਦੇ ਨੇ, ਇਹਨਾਂ ਨੂੰ ਜਿਉਂਦਾ ਪਕੜਨਾ ਜਾਂ ਕਤਲ ਕਰਨਾ ਉਹਨੂੰ ਇਨਾਮ ਮਿਲਣਾ ਸੀ। ਪਰ ਜਦੋਂ ਉਹਨੇ ਬਾਬਾ ਸਾਹਿਬ ਸਿੰਘ ਬੇਦੀ ਦਾ ਆਚਰਣ ਦੇਖਿਆ ਕਿ ਇੰਨੀ ਨਿਰਮਲ ਆਤਮਾ ਹੈ, ਇੰਨਾ ਚੰਗਾ ਸੁਭਾਅ, ਇਹਦੇ ਚਿਹਰੇ 'ਤੇ ਇਤਨੀ ਦਇਆ ਦਾ ਪ੍ਰਕਾਸ਼ ਹੈ, ਉਹਦਾ ਮਨ ਨਾ ਮੰਨਿਆ ਕਿ ਇਹਦਾ ਕਤਲ ਕੀਤਾ ਜਾਵੇ ਜਾਂ ਇਹਨੂੰ ਪਕੜਾਇਆ ਜਾਵੇ। ਉਹਦਾ ਮਨ ਪਸੀਜ ਗਿਆ ਅਤੇ ਉਹ ਉਸੇ ਰਾਤ ਬਾਬਾ ਸਾਹਿਬ ਸਿੰਘ ਬੇਦੀ ਦੇ ਨਾਲ ਉਸੇ ਕੁਟੀਆ ਦੇ ਵਿੱਚ ਰਾਤ ਗੁਜ਼ਾਰਨ ਦੇ ਲਈ ਬੇਨਤੀ ਕੀਤੀ ਅਤੇ ਬਾਬਾ ਸਾਹਿਬ ਸਿੰਘ ਬੇਦੀ ਮੰਨ ਗਏ। ਉਹਨੇ ਰਾਤ ਗੁਜ਼ਾਰੀ। ਸਵੇਰੇ ਜਦੋਂ ਆਪਣੇ ਨਿਤਨੇਮ ਦੇ ਵਿੱਚੋਂ ਅਜੇ ਵਿਹਲੇ ਹੋ ਕੇ ਬਾਬਾ ਸਾਹਿਬ ਸਿੰਘ ਬੇਦੀ ਨਿਕਲ ਹੀ ਰਹੇ ਸਨ, ਉਹਨਾਂ ਉਸ ਕੁੜੀ ਦੇ ਚੀਕਣ ਦੀ ਆਵਾਜ਼ ਸੁਣੀ। ਜਦ ਭੱਜ ਕੇ ਉਹ ਸੂਬੇਦਾਰ ਫੌਜਦਾਰ ਬਾਹਰ ਨਿਕਲਿਆ ਤਾਂ ਦੇਖਿਆ ਕਿ 2 ਆਦਮੀ ਉਸ ਲੜਕੀ ਨੂੰ ਧੂ ਕੇ ਲਿਜਾ ਰਹੇ ਸਨ। ਫੌਜਦਾਰ ਨੇ ਇੱਕ ਨੂੰ ਪਕੜਨਾ ਚਾਹਿਆ, ਇੱਕ ਦੇ ਮਗਰ ਭੱਜਿਆ, ਇੱਕ ਤਾਂ ਭੱਜ ਨਿਕਲਿਆ, ਦੂਜਾ ਬਾਬਾ ਸਾਹਿਬ ਸਿੰਘ ਬੇਦੀ ਦੇ ਹੱਥੇ ਚੜ੍ਹ ਗਿਆ। ਉਹਨਾਂ ਨੇ ਢਾਹ ਕੇ ਅਤੇ ਉਹਦੀ ਹਿੱਕ ਦੇ ਉੱਪਰ ਬੈਠ ਗਏ। ਅਜੇ ਉਹਨੂੰ ਕੁਝ ਕਹਿਣ ਲੱਗਦੇ, ਇੰਨੇ 'ਚ ਇਹਨੂੰ ਜਿਸ ਮਨੁੱਖ ਨੂੰ ਢਾਹਿਆ ਹੋਇਆ ਸੀ ਬਾਬਾ ਸਾਹਿਬ ਸਿੰਘ ਬੇਦੀ ਨੇ, ਉਹਨੇ ਬੜੇ ਜ਼ੋਰ ਦੇ ਨਾਲ ਬਾਬਾ ਸਾਹਿਬ ਸਿੰਘ ਬੇਦੀ ਦੇ ਮੂੰਹ 'ਤੇ ਥੁੱਕ ਦਿੱਤਾ। ਬਾਬਾ ਸਾਹਿਬ ਸਿੰਘ ਬੇਦੀ ਜਦੋਂ ਹੀ ਮੂੰਹ 'ਤੇ ਥੁੱਕਿਆ, ਉਹਨਾਂ ਬੜੇ ਆਰਾਮ ਦੇ ਨਾਲ ਪੂੰਝਿਆ ਅਤੇ ਕਹਿਣ ਲੱਗੇ, ਮੈਂ ਤੈਨੂੰ ਛੱਡਿਆ ਹੋਣਾ, ਫੌਜਦਾਰ ਜਿਵੇਂ ਚਾਹੇ ਕਰ ਲਵੇ। ਜੇ ਮੈਂ ਤੈਨੂੰ ਇਸ ਥੁੱਕ ਬਦਲੇ ਕੁਝ ਕਿਹਾ ਤਾਂ ਇਹ ਸਮਝਿਆ ਜਾਏਗਾ ਕਿ ਮੇਰੇ ਅੰਦਰ ਵੈਰ ਭਾਵ ਹੈ, ਜੇ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ, ਇਸ ਕਰਕੇ ਮੈਂ ਐਸਾ ਨਹੀਂ ਕਰਾਂਗਾ। ਜਾਂ ਮੈਂ ਤੈਨੂੰ ਛੱਡਿਆ, ਆਹ ਸੂਬੇਦਾਰ ਜਿਵੇਂ ਚਾਹੇ ਕਰ ਲਏ। ਇਹ ਉਹਨਾਂ ਇਨਸਾਨਾਂ ਦੀ ਗੱਲ ਹੈ ਜਿਹੜੇ ਮਾਨ ਮਦ ਹਰਖ ਤੋਂ ਹਮੇਸ਼ਾ ਉੱਪਰ ਰਹਿੰਦੇ ਨੇ। ਤਾਂ ਔਰ ਇਹ ਗੁਣ ਬੜੀ ਲੰਬੀ ਸਾਧਨਾ ਤੋਂ ਬਾਅਦ ਕਮਾਏ ਜਾਂਦੇ ਹਨ। ਮੇਰਾ ਨਿੱਜੀ ਵਾਬਸਤਾ ਕਿਸੇ ਇਨਸਾਨ ਦੇ ਨਾਲ ਸੀ, ਤਾਂ ਮੈਂ ਦੇਖਣਾ ਕਿ ਉਹਨਾਂ ਦੇ ਬਹੁਤ ਸਾਰੇ ਵੈਲ ਵਿਸ਼ਵਰ ਵੀ ਮਿਲਣੇ, ਬੜੀ ਸਿਫਤ ਕਰਨ ਵਾਲੇ। ਤਾਂ ਇੱਕ ਵਾਰੀ ਕੋਈ ਨਿੰਦਕ ਇਨਸਾਨ ਮਿਲਿਆ, ਉਹਨਾਂ ਦੇ ਜੀਵਨ 'ਚ ਬੜੀਆਂ ਘਟੀਆ ਗੱਲਾਂ ਕਰੇ, ਤਾਂ ਮੇਰਾ ਆਪਣਾ ਆਪ ਵਿਚਲਿਤ ਹੋ ਗਿਆ। ਮੈਂ ਉਹਨਾਂ ਨਾਲ ਜਾ ਸਾਂਝੀਆਂ ਕੀਤੀਆਂ। ਕਹਿਣ ਲੱਗੇ, ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰਾ ਗੁਣ ਕਿਹੜਾ ਅਤੇ ਮੇਰਾ ਔਗੁਣ ਕਿਹੜਾ, ਇਹ ਤਾਂ ਮਾਲਕ ਹੀ ਜਾਣਦਾ। ਮੈਂ ਤਾਂ ਕਹਿੰਦੇ ਆਪਣੇ ਸੁਭਾਅ ਅਨੁਸਾਰ ਜ਼ਿੰਦਗੀ 'ਚ ਵਿਚਰਦਾ ਹਾਂ। ਇਸ ਕਰਕੇ ਸਤਸੰਗਤ ਕੇਵਲ ਰੋਜ਼ਾਨਾ ਦਾ 40-45 ਮਿੰਟ ਬੈਠਣਾ ਨਹੀਂ ਹੁੰਦਾ, ਆਪਣੇ ਆਪ ਨੂੰ ਉਸ ਸੰਜਮ ਦੇ ਵਿੱਚ ਪਾਉਣਾ ਹੁੰਦਾ। ਹੁਣ ਉਦਾਹਰਨ ਦੇ ਤੌਰ 'ਤੇ ਭਾਵੇਂ ਕਿ ਸਾਨੂੰ ਉੱਚੇ ਮਤਲਬ ਥੋੜ੍ਹਾ ਵੱਖਰੇ ਮੰਨਿਆ ਜਾਂਦਾ ਹੈ ਕਿ ਕਥਾ ਕਰਦੇ ਨੇ, ਕਈ ਐਸੇ ਪ੍ਰਾਣੀ ਵੀ ਟੱਕਰ ਜਾਂਦੇ ਨੇ, ਆਮ ਤਾਂ ਬੋਲ ਕੇ ਬੜੇ ਘਾਤਕ ਬੋਲ ਕਹਿ ਦਿੰਦੇ ਨੇ, ਇੱਥੋਂ ਤੱਕ ਕਿ ਬੰਦੇ ਦੀ ਜਰਨ ਸਮਰੱਥਾ ਤੋਂ ਵੀ ਉਹ ਬਾਹਰੇ ਹੁੰਦੇ ਨੇ, ਪਰ ਤਾਂ ਵੀ ਜਰੀਦਾ ਤਾਂ ਕਰਕੇ ਕਿ ਜਿਵੇਂ ਆਮ ਕਿਹਾ ਜਾਂਦਾ ਨਾ ਕਿ ਜਿਹੜੀ ਉਹ ਇੱਕ ਗੋਲੀ ਆਉਂਦੀ ਕੁਨੈਨ ਦੀ ਸ਼ਾਇਦ, ਕਿ ਇੱਕ ਵਾਰੀ ਖਾ ਤਾਂ ਲਈਏ ਮੁੜ ਕੇ ਜ਼ਿੰਦਗੀ ਭਰ ਬੁਖਾਰ ਨਹੀਂ ਚੜ੍ਹਦਾ। ਤਾਂ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ, ਤਿਰਸਕਾਰ ਨਹਿ ਪਵੰਤ ਨਹਿ ਪਵੰਤ ਮਾਨ ਭੰਗਨ ਹੈ। ਕੋਈ ਉਹਨਾਂ ਦਾ ਮਾਣ ਅਨਾਦਰ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਇਹਨਾਂ ਗੱਲਾਂ ਤੋਂ ਉਪਰਾਮ ਹੁੰਦੇ ਹਨ, ਉੱਪਰ ਉੱਠ ਚੁੱਕਿਆ ਹੁੰਦਾ ਉਹਨਾਂ ਦਾ ਜੀਵਨ। ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁੱਖ ਨੇ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਆਮ ਕਰਕੇ ਹੁਣ ਕਿਸੇ ਜਗ੍ਹਾ ਕਈ ਵਾਰੀ ਦੇਖੀਦਾ ਕਿ ਕੁਝ ਇਨਸਾਨ, ਜਿਵੇਂ ਸੰਤਾਂ ਦੀ ਗੱਲ ਚੱਲ ਰਹੀ ਹੈ, ਤਾਂ ਕੁਝ ਸੰਤ ਜਨ ਹੁੰਦੇ ਹਨ ਜਿਵੇਂ ਮੇਰੇ ਵਰਗੇ ਦਾ ਸੁਭਾਅ ਹੈ ਕਿ ਮੈਂ ਕੋਈ ਵੀ ਵਿਸ਼ੇਸ਼ਣ ਬੰਦੇ ਲਈ ਵਰਤਦਾ ਬੜਾ ਸੋਚ ਸਮਝ ਕੇ ਵਰਤਦਾ ਕਿ ਇੰਨੇ ਜੋਗਾ ਹੋਵੇ ਤਾਂ ਸਹੀ ਹੈ। ਕਈ ਵਾਰੀ ਕੇਵਲ ਭਾਈ ਜਾਂ ਬਾਬਾ ਕਹਿ ਦਿੱਤਾ ਜਾਂਦਾ ਹੈ, ਅੱਗੋਂ ਇਤਰਾਜ਼ ਕਰਦੇ ਨੇ ਕਿ ਪੂਰਾ ਕਿਉਂ ਨਹੀਂ ਸੰਬੋਧਨ ਕੀਤਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਸੋਭਾਹੀਨ, ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਮੇਰਾ ਕਿਤੇ ਜ਼ਿਕਰ ਕੀਤਾ ਜਾਏ ਜਾਂ ਨਾ ਕੀਤਾ ਜਾਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਸੋਭਾਹੀਨ, ਉਹ ਸੰਸਾਰ ਦੀ ਸਿਫਤ ਸਲਾਹ, ਸੰਸਾਰ ਦੀ ਪਾਤਰਤਾ ਦੀ, ਕਿ ਸੰਸਾਰ ਸਾਡਾ ਸਤਿਕਾਰ ਕਰੇ, ਇਸ ਗੱਲ ਤੋਂ ਵੀ ਉੱਪਰ ਉੱਠ ਜਾਂਦੇ ਹਨ। ਗੁਰੂ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ ਨਾ, ਕਬੀਰ ਮਾਇਆ ਤਜੀ ਤਉ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਸੋਭਾਹੀਨ, ਕਿਸੇ ਪ੍ਰਕਾਰ ਕਰਕੇ ਉਹ ਸੰਸਾਰ ਤੋਂ ਸਤਿਕਾਰ ਦਾ ਭਾਵ ਨਹੀਂ ਰੱਖਦੇ, ਆਪਣਾ ਨਿੱਜ ਦਾ ਜੀਵਨ ਜਿਉਂਦੇ ਹਨ। ਨਹਿ ਪਵੰਤ, ਨਾ ਉਹਨਾਂ ਨੂੰ ਸੰਸਾਰ ਦੀ ਸ਼ੋਭਾ ਪਾਉਂਦੀ ਹੈ, ਨਾ ਹੀ ਨਿੰਦਿਆ ਦੁਖੀ ਕਰਦੀ ਹੈ। ਨਹਿ ਪੋਹੰਤ ਸੰਸਾਰ ਦੁੱਖ ਨਹਿ, ਅਤੇ ਸੰਸਾਰ ਉਹਨਾਂ ਦੇ ਜੀਵਨ ਨੂੰ ਕੋਈ ਦੁੱਖ ਵੀ ਪਹੁੰਚਾਉਣਾ ਚਾਹੇ ਕਿਸ ਕਰਕੇ। ਔਰ ਦੂਜੀ ਗੱਲ, ਸੰਸਾਰ ਦਾ ਐਸਾ ਸੁਭਾਅ ਹੈ, ਜਦੋਂ ਕੋਈ ਸ਼ੁੱਧ ਸਰੂਪ ਵਾਲਾ ਸੰਤ ਮਿਲ ਜਾਏਗਾ ਉਸ ਨੂੰ ਜ਼ਰੂਰ ਦੁੱਖ ਪਹੁੰਚਾਉਣਗੇ। ਜਿਹੜੇ ਮਿਲਾਵਟੀ ਹਨ ਉਹਨਾਂ ਦਾ ਤਾਂ ਸੁੱਖ ਰਹਿੰਦਾ ਹੀ ਰਹਿੰਦਾ ਹੈ। ਇਸੇ ਕਰਕੇ ਸੁਖਮਨੀ ਸਾਹਿਬ ਜੀ ਦੇ ਬਾਣੀ ਦਾ ਵਾਕ ਹੈ,
संत जना का पेखन सब ब्रह्म, संत जना के हृदय सब धर्म। संत जना शुभ सुने शुभ वचन, सर्वव्यापी राम संग रचन। इस प्रकार गुरु साहिब जी कहते नह पोहंत संसार दुख न है, कि संसार का कोई पद्धर हुण गुरु साहिबाना के जीवन की वार्ता असी सुनते हैं। गुरु अमरदास साहब जी गुरता गद्दी ते सुभायमान होए, गुरु पुत्रां ने रिश्क दे विच आके विरोधा भाव दे विच आके उन्हां दा अपमान करना चाहिया। तद सतगुरु साहब जी ने किन्ने विनम्रता भरे वचन आखे कि मेरी देह बजुर्ग हो गई है, बिरध हो गई है, इस करके मेरे हड्ड बड़े सख्त ने। तो तुहाडा जीवन जवानी की अवस्था वाला तुहाडे हंग पैर कोमल ने, जे किते मेरे शरीर नूं लत्त मारदे तुहानूं कोई चोट पहुंची है तो मैं इहदे लई खिमा मंगदा हाँ। इस करके गुरु साहब जी फरमाउंदे हन सानूं नह पोहंत संसार दुख नहे। तो इसे प्रकार के संसार किसे पद्धर ते भी हुण गुरु अर्जन साहब जी की पावन बाणी है। संसार ने समझिया कि इन्हां ने शब्द का ज्ञान का प्रकाश किया है, इन्हां दे शरीर नूं सारियां यातनावां पहुँचा के समाप्त कर दिता जाए, बड़ा दुखी किया जाए, तां कि इन्हां दा अकाल पुरख उपरला दृढ़ दीन डोल जाए। गुरु साहब जी के शरीर उपर किहड़े ने उन्होंने कष्ट जाले, पर सतगुरु गुरु नानक सतगुरु गुरु अर्जन साहब जी ऐसे शांत अवस्था। किसी कवि दे मैं एक दिन बोल पढ़ रहा सी, कहंदा दुनिया दे विच सब तो ठंडा नाम गुरु अर्जन साहब जी दा है। कि जदों सतगुरु गुरु अर्जन साहब कहंदे उन्होंने तत्ती तवी का सेक क्यों नहीं पहुँचया, क्योंकि वो आप अत शीतल सन। जदों तत्ती तवी भी कहंदे ठंडी ठार हो गई जब सतगुरु साहब जी ने उहदे उपर चौंकड़ा लगाया। तो इस प्रकार गुरु साहब जी कहंदे नह पोहंत संसार दुख नहे। किसी में कवि दे बोल पढ़ रहा सी, कहंदा सतगुरु साहब जी दा एक नाम अति शीतल भी होना चाहिए। क्यों कहंदे समय की हुकूमत तप रही है, तत्ती तवी तप रही है, रेत तप रही है, पानी उबल रहा है, आले दुआले का मौसम भी गर्मी वाला है, पर धन सतगुरु गुरु अर्जन साहब जी का निर्मल स्वरूप जिन्हें सारे संसार नूं ठंडक वरताई है। सुखमनी साहब की बाणी के वाक हन, तपत माहे ਠਾਂਡ ਵਰਤਾਈ आनंद पाया दुख नाठे पाई। अज यतन करते हैं मन नूं सुकून आ जाए, बड़ा बड़ा यतन करते हैं, ट्रीटमेंट लेने आ, पर कदी नहीं यतन किया किते प्रेमा भाव करके सतगुरु की बाणी की विचार, सतगुरु की बाणी का चिंतन गायन आदि किया जाए। तो गुरु साहब जी कहते गोबिंद नाम जपंत मिल साध संगह, नानक से प्राणी सुख बासन। तो गुरु साहब जी कहते इस प्रकार जिहड़े संत जन हन वो सदा गोबिंद के नाम का आहार रखते हैं। इसे करके होंदा ना जिन्ना ना विसरै नाम से कनेहिया, भेद ना जाणो मूल साई जेहिया। तो इस प्रकार गुरु साहब जी कहते गोबिंद नाम जपंत, इस करके संत जन हमेशा इस चाह दे विच रहिंदे हन मिल साध संगह, कि कदों साधक पुरुषों की संगत नसीब होवे तां कि उन्हां पास हमेशा जिहड़ा है जुड़ के रब्बी सिफत सलाह की आधार किया जाए। हुण कई ऐसे मैं पूर्ण महापुरख देखे ने, कोई इंसान उन्होंने कोल जावे पुछ लेंदे ने किन्ना पढ़े हैं जी, 12 पढ़े हैं। जपजी साहब पढ़ लेना जी, हाँ सानू एक पाठ श्रवण करा जा। कोई रागी आ जाए, हाँ जी जी राग गा लेंदे हो, कोई शब्द सुना जाओ, कोई कथावाचक आ जाए एक शब्द की विचार सुना जाओ। इस करके वो सदा ही इस चाह विच रहिंदे हन। गुरु साहब जी कहते मिल साध संगह, नानक से प्राणी सुख बासन। तो जेड़ा ऐसे उत्तमताई शुभ स्वरूप वाला शुभ गुणा के भाव वाला इंसान संत है, गुरु साहब जी कहते से प्राणी सुख बासन है, वही अपने जीवन दे विच परम सुखी है, जो रब्बी जीवन याद नूं आधार बना के जिउंदा है। इस प्रकार धन सतगुरु गुरु अर्जन देव साहब जी ने अज दे 2 श्लोकों द्वारा 27वां ते 28वां श्लोक द्वारा गुरु साहब जी ने पहला संतां दे सुभाव उन्हां दी जीवन अवस्था बारे समझाया, तो फिर किस प्रकार समझाया कि वो किवें संसार दे सब पद्धरां तो अलेप रह के अपनी राम नाम की धुनी दे विच एकाग्र रहिंदे हन। सतगुरु साहब जी कृपा करन। इस प्रकार अगले श्लोक विच भी संतां दी उपमा दे बारे ही वर्णन है। सतगुरु कृपा करन पावन श्लोकां दा भाव साडे सारिਆਂ ਦੇ ਹਿਰਦੇ अंदर वस जाए, सारिਆਂ ਦਾ ਇੱਥੇ आया सफल होवे जी। विचार ਦਾ आरंभ होया सी संसारी जग्यासू ते साध ते संत। इस करके अपने जीवन की दीर्घ विचार करिए, गुरु शब्द दर्पण के सन्मुख खलो के देखिए। संसारी तल ते जिउ रहे हाँ, जग्यासू बन गए हाँ, साधु हाँ, कि जे साधु हाँ फिर तो समझा जाना चाहिए ठीक अर्थां दे विच सतसंगी हाँ। जे जग्यासू हाँ
ਫਿਰ ਵੀ ਗੱਲ ਠੀਕ ਹੈ। ਜੇ ਕੇਵਲ ਅਜੇ ਵੀ ਸੰਸਾਰੀ ਤਲ 'ਤੇ ਜਿਉ ਰਹੇ ਹਾਂ ਤਾਂ ਫਿਰ ਗੱਲ ਥੋੜ੍ਹੀ ਵਿਚਾਰ ਦੀ ਮੰਗ ਕਰਦੀ ਹੈ, ਯਤਨ ਦੀ ਮੰਗ ਕਰਦੀ ਹੈ। ਸਤਿਗੁਰੂ ਕਿਰਪਾ ਕਰਨ, ਜਿੱਥੇ ਦੁਨਿਆਵੀ ਰੁਤਬੇ ਪ੍ਰਾਪਤ ਕਰਨ ਦਾ ਸਾਡੇ ਮਨ 'ਚ ਚਾਅ ਹੈ, ਉੱਥੇ ਅਧਿਆਤਮਿਕ ਰੁਤਬਿਆਂ ਨੂੰ ਵੀ ਮਾਨਣ ਦਾ, ਪ੍ਰਾਪਤ ਕਰਨ ਦਾ ਪੂਰੀ ਸ਼ਿੱਦਤ ਦੇ ਨਾਲ ਗੁਰੂ ਕਿਰਪਾ ਸਦਕਾ ਯਤਨ ਕਰੀਏ ਜੀ। ਪਾਵਨ ਲੜੀਵਾਰ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।